ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 12 ਅਗਸਤ ਹੈ, ਦਿਨ ਵੀਰਵਾਰ ਹੈ। ਪੰਜਾਬ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਖਬਰਾਂ ਦੱਸ ਦਿੰਦੇ ਹਾਂ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਵਿੱਚ ਜਿਹੜਾ ਕੱਲ ਵੱਡਾ ਹਾਦਸਾ ਵਾਪਰਿਆ, ਉਸ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਰਾਤ 12 ਵਜੇ ਤੱਕ 10 ਹੋ ਗਈ ਸੀ। ਮਰਨ ਵਾਲਿਆਂ ਦੇ ਵਿੱਚ 5 ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਹੈ। 60 ਜਣੇ ਹਾਲੇ ਤੱਕ ਲਾਪਤਾ ਨੇ। ਹਾਲਾਂਕਿ 13 ਜ਼ਖਮੀਆਂ ਨੂੰ ਵੀ ਮਲਬੇ ਦੇ ਹੇਠੋਂ ਬਾਹਰ ਕੱਢ ਲਿਆ ਹੈ। ਜ਼ਖਮੀਆਂ ਦੇ ਵਿੱਚ ਪੰਜਾਬ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਡਰਾਈਵਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਦੇ ਲਈ ਸਿਰਫ 2-2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਸੂਬੇ ਦੇ ਆਫਤ ਪ੍ਰਬੰਧਨ ਬਲ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਮਲਬੇ ਦੇ ਹੇਠਾਂ ਇੱਕ ਟਾਟਾ ਸੂਮੋ ਦਾ ਪਤਾ ਲੱਗਿਆ, ਜਿਹਦੇ ਵਿੱਚ 8 ਵਿਅਕਤੀ ਸਵਾਰ ਸੀ ਤੇ 8 ਦੇ 8 ਮ੍ਰਿਤ ਮਿਲੇ ਨੇ। ਇਸ ਦੇ ਨਾਲ ਜਿਹੜੀ ਬੱਸ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ, ਉਹ ਹਾਲੇ ਵੀ ਮੁਸਾਫਰਾਂ ਦੇ ਨਾਲ ਮਲਬੇ ਹੇਠ ਦੱਬੀ ਹੋਈ ਹੈ। ਇੱਕ ਕਾਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਹੋਈ ਮਿਲੀ ਹੈ। ਰਾਹਤ ਟੀਮਾਂ ਰਾਹਤ ਕਾਰਜਾਂ ਦੇ ਵਿੱਚ ਹਾਲੇ ਵੀ ਜਾਰੀ ਨੇ। NDRF, ਨੀਮ ਫੌਜੀ ਬਲਾਂ ਤੇ ਸਥਾਨਕ ਪੁਲਿਸ ਦੀਆਂ ਟੀਮਾਂ ਉੱਥੇ ਰਾਹਤ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਹਾਈਵੇ ਨੰਬਰ 5 ਤੇ ਪੈਂਦੇ ਪਿੰਡ ਚੌਰਾ ਨੇੜੇ ਢਿੱਗਾਂ ਡਿੱਗਣ ਕਾਰਨ ਵਾਪਰਿਆ। ਢਿੱਗਾਂ ਡਿੱਗਣ ਦਾ ਸਿਲਸਿਲਾ ਕੱਲ ਸਵੇਰੇ 11:50 ਦੇ ਕਰੀਬ ਸ਼ੁਰੂ ਹੋਇਆ ਤੇ ਦੇਖਦੇ ਹੀ ਦੇਖਦੇ ਇਹਨਾਂ ਢਿੱਗਾਂ ਨੇ ਕਈ ਵਾਹਨਾਂ ਨੂੰ ਜਿਹੜੇ ਕਿ ਸੜਕ ਉੱਤੇ ਜਾ ਰਹੇ ਸੀ, ਉਹਨਾਂ ਨੂੰ ਚਪੇਟ ਦੇ ਵਿੱਚ ਲੈ ਲਿਆ ਅਤੇ ਕਈ ਮੀਲ ਦੂਰ ਤੱਕ ਇਹ ਜਿਹੜੇ ਵਾਹਨ ਨੇ ਉਹ ਨੁਕਸਾਨੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੀਆਂ ਜਿਹੜੀਆਂ ਸਿਆਸੀ ਸ਼ਖਸੀਅਤਾਂ ਨੇ, ਉਹਨਾਂ ਨੇ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਫੇਰੀ ਤੋਂ ਬਾਅਦ ਅੱਜ ਪੰਜਾਬ ਪਰਤ ਆਉਣਗੇ, ਕਿਉਂਕਿ ਕੱਲ ਕੈਪਟਨ ਨੇ ਜਾਣਕਾਰੀ ਦਿੱਤੀ ਸੀ ਕਿ ਅੱਜ ਖਾਸ ਸਮਾਗਮ ਕੀਤਾ ਜਾਏਗਾ ਓਲੰਪਿਕਸ ਦੇ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ। ਉਹਨਾਂ ਨੂੰ ਕਰੋੜਾਂ ਦੇ ਇਨਾਮਾਂ ਦੇ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਨੀਰਜ ਚੋਪੜਾ ਭਾਵੇਂ ਹਰਿਆਣਾ ਦੇ ਨੇ, ਪਰ ਉਹਨਾਂ ਨੂੰ ਵੀ 2.5 ਕਰੋੜ ਦੀ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਏਗਾ। ਪੰਜਾਬ ਦੇ ਸਾਰੇ ਹਾਕੀ ਖਿਡਾਰੀ, ਜਿਹੜੇ ਪੁਰਸ਼ ਟੀਮ ਦੇ ਹਾਕੀ ਖਿਡਾਰੀ ਨੇ ਜਿਨ੍ਹਾਂ ਨੇ ਕਾਂਸੇ ਦਾ ਮੈਡਲ ਜਿੱਤਿਆ, ਉਹਨਾਂ ਨੂੰ ਵੀ 2.5 ਕਰੋੜ ਦਿੱਤਾ ਜਾਏਗਾ। ਤੇ ਪੰਜਾਬ ਦੀ ਇੱਕੋ ਇੱਕ ਜਿਹੜੀ ਖਿਡਾਰਨ ਹਾਕੀ ਟੀਮ ਦੇ ਵਿੱਚ ਸ਼ਾਮਲ ਗੁਰਜੀਤ ਕੌਰ, ਉਸ ਨੂੰ ਸਿਰਫ 50 ਲੱਖ ਰੁਪਏ ਦਿੱਤੇ ਜਾਣਗੇ। ਸੋਸ਼ਲ ਮੀਡੀਆ ਤੇ ਲੋਕ ਇਸ ਤੇ ਪ੍ਰਤੀਕਰਮ ਵੀ ਦੇ ਰਹੇ ਸਨ ਕਿ ਇੱਕ ਤਾਂ ਖਿਡਾਰਨ ਸੀ ਹਾਕੀ ਦੀ, ਬਹੁਤ ਚੰਗਾ ਪ੍ਰਦਰਸ਼ਨ ਕੀਤਾ ਤੇ ਅਖੀਰ ਤੱਕ ਪਹੁੰਚ ਗਈਆਂ ਸੀ, ਤੇ ਗੁਰਜੀਤ ਕੌਰ ਨੂੰ ਵੀ 2.5 ਕਰੋੜ ਰੁਪਏ ਦੇਣੇ ਬਣਦੇ ਸੀ। ਦਿੱਲੀ ਦੇ ਵਿੱਚ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕੀਤੀ। ਕੈਪਟਨ ਨੇ ਮੋਦੀ ਦੇ ਕੋਲੇ ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਿਆ। ਕੈਪਟਨ ਨੇ ਕੌਮੀ ਸੁਰੱਖਿਆ ਦਾ ਹਵਾਲਾ ਦੇ ਕੇ ਮੋਦੀ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸ਼੍ਰੇਣੀ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ 1987 ਵਿੱਚ ਸੋਧ ਕਰਨ ਵਾਸਤੇ ਵੀ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ। ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਰਿੰਦਰ ਮੋਦੀ ਨੂੰ 3 ਪੱਤਰ ਸੌਂਪੇ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਪੰਜਾਬ ਤੇ ਹੋਰਨਾਂ ਸੂਬਿਆਂ 'ਚ ਬਣੇ ਕਿਸਾਨੀ ਰੋਹ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੂੰ ਤਿੰਨੇ ਖੇਤੀ ਕਾਨੂੰਨਾਂ ਦਾ ਜਾਇਜ਼ਾ ਲੈ ਕੇ ਇਹਨਾਂ ਨੂੰ ਤੁਰੰਤ ਰੱਦ ਕਰਨ ਦੀ ਜਿਹੜੀ ਹੈ ਉਹ ਮੰਗ ਕੀਤੀ। ਤੇ ਜਿਹੜੀਆਂ ਇਹ ਖਬਰਾਂ ਮਿਲ ਰਹੀਆਂ ਸੀ ਕਿ ਪੰਜਾਬ ਦੀ ਵਜ਼ਾਰਤ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ, ਇਸੇ ਕਰਕੇ ਕੈਪਟਨ ਨੇ ਸੋਨੀਆ ਗਾਂਧੀ ਦੇ ਨਾਲ ਬੈਠਕ ਕੀਤੀ ਹੈ। ਉਸ ਬਾਰੇ ਤਾਜ਼ਾ ਖਬਰ ਇਹ ਮਿਲ ਰਹੀ ਹੈ ਕਿ ਆਜ਼ਾਦੀ ਦਿਹਾੜੇ ਤੋਂ ਬਾਅਦ, ਯਾਨੀ ਕਿ ਦੇਸ਼ ਦੀ ਵੰਡ ਜਦੋਂ ਹੋਈ ਸੀ ਤੇ ਉਸ ਦੀ ਖੁਸ਼ੀ ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਹਰੀਸ਼ ਰਾਵਤ ਚੰਡੀਗੜ੍ਹ ਆ ਸਕਦੇ ਨੇ ਤੇ ਫਿਰ ਉਸ ਦਰਮਿਆਨ ਕੈਬਨਿਟ ਦੇ ਵਿੱਚ ਫੇਰ ਬਦਲ ਦੇ ਲਈ ਉਹ ਕੈਪਟਨ ਤੇ ਸਿੱਧੂ ਦਰਮਿਆਨ ਤਾਲਮੇਲ ਵੀ ਬਿਠਾਉਣ ਦੀ ਕੋਸ਼ਿਸ਼ ਕਰਨਗੇ ਤੇ ਉਸ ਤੋਂ ਬਾਅਦ ਫੇਰ ਬਦਲ ਦੀ ਸੰਭਾਵਨਾ ਜਿਹੜੀ ਹੈਗੀ ਆ। ਕੱਲ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਜਦੋਂ ਚੋਣਾਂ ਨਾ ਲੜਨ ਅਤੇ ਕੋਈ ਵੀ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਯੂ ਟਰਨ ਲਿਆ ਤਾਂ ਚੰਡੀਗੜ੍ਹ ਪਹੁੰਚੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਚੜੂਨੀ ਸਾਹਿਬ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵਾਪਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਆ ਗਏ ਨੇ। ਆਪਣੇ ਵੱਖਰੇ ਅੰਦਾਜ਼ ਦੇ ਨਾਲ ਗੱਲ ਕਰਨ ਲਈ ਜਾਣੇ ਜਾਂਦੇ ਰਾਕੇਸ਼ ਟਿਕੈਤ ਕੱਲ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਸੀ ਤੇ ਇੱਥੇ ਉਹ ਜਿਹੜੇ ਚੌਂਕਾਂ ਦੇ ਉੱਤੇ ਪੱਕੇ ਧਰਨੇ ਲੱਗੇ ਹੋਏ ਨੇ ਉਹਨਾਂ ਧਰਨਾਕਾਰੀਆਂ ਨੂੰ ਮਿਲੇ, ਉਹਨਾਂ ਕਿਸਾਨ ਹਮਾਇਤੀਆਂ ਨੂੰ ਮਿਲੇ। ਨਵਜੋਤ ਸਿੰਘ ਸਿੱਧੂ ਨੇ ਕੱਲ ਆਪਣੀ 4 ਮੈਂਬਰੀ ਸਲਾਹਕਾਰ ਟੀਮ ਬਣਾਈ ਹੈ। ਸਲਾਹਕਾਰਾਂ ਦੀ ਟੀਮ ਦੇ ਵਿੱਚ ਕੈਪਟਨ ਦੇ ਵਿਰੋਧੀ DGP ਮੁਹੰਮਦ ਮੁਸਤਫਾ ਨੂੰ ਵੀ ਸ਼ਾਮਲ ਕੀਤਾ ਹੈ। ਪੰਜਾਬ ਦੇ ਹਾਕੀ ਖਿਡਾਰੀ ਕੱਲ ਜਦੋਂ ਪੰਜਾਬ ਪਰਤੇ ਨੇ ਤਾਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਸਤਾਰਾਂ ਸਜਾ ਕੇ ਨਤਮਸਤਕ
ਨਤਮਸਤਕ ਹੋਏ, SGPC ਦਾ ਸਨਮਾਨ ਹਾਸਲ ਕੀਤਾ ਤੇ ਜਦੋਂ ਸਾਰੇ ਖਿਡਾਰੀ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪੋ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਪਹੁੰਚੇ ਤਾਂ ਉਹਨਾਂ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ, ਚਾਹੇ ਜਲੰਧਰ ਹੋਵੇ, ਅੰਮ੍ਰਿਤਸਰ ਹੋਵੇ ਜਾਂ ਫਿਰ ਕੋਈ ਵੀ ਪੰਜਾਬ ਦਾ ਹੋਰ ਸ਼ਹਿਰ। ਹਰ ਥਾਂ ਤੇ ਕੱਲ ਵਿਆਹਾਂ ਵਰਗਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਸੀ। ਆਪਣੇ ਘਰਾਂ ਨੂੰ ਪਰਤ ਰਹੇ ਖਿਡਾਰੀਆਂ ਨੂੰ ਦੇਖਣ ਦੇ ਲਈ ਪੰਜਾਬੀ ਅੱਡੀਆਂ ਚੁੱਕ ਦੇਖ ਰਹੇ ਸੀ। ਇੱਥੋਂ ਤੱਕ ਜਲੰਧਰ ਦੇ ਵਿੱਚ ਤਾਂ ਹਾਰਦਿਕ ਸਿੰਘ ਨੂੰ ਦੇਖਣ ਲਈ ਲੋਕ ਛੱਤਾਂ ਤੇ ਵੀ ਚੜੇ ਹੋਏ ਸੀ। ਇਹ ਸਾਰਾ ਮਾਹੌਲ ਦੇਖ ਕੇ ਹਾਕੀ ਖਿਡਾਰੀਆਂ ਦਾ ਸਿਰ ਵੀ ਮਾਣ ਨਾਲ ਉੱਚਾ ਹੋ ਗਿਆ, ਕਿਉਂਕਿ ਹਾਕੀ ਨੂੰ ਦਹਾਕਿਆਂ ਬਾਅਦ ਇੰਨਾ ਮਾਣ ਸਨਮਾਨ ਮਿਲ ਰਿਹਾ ਹੈ। ਨਹੀਂ ਤਾਂ ਲੋਕਾਂ ਨੇ ਪਹਿਲਾਂ ਕ੍ਰਿਕਟ ਖਿਡਾਰੀਆਂ ਨੂੰ ਹੀ ਸਿਰ ਤੇ ਚੱਕ ਰੱਖਿਆ ਸੀ। ਮਿੱਡੂ ਖੇੜਾ ਕਤਲकांड ਦੇ ਵਿੱਚ ਕੱਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੇ ਮੋਗਾ ਦੀ ਪੁਲਿਸ ਨੇ ਮੋਗਾ ਦੇ ਪਿੰਡ ਸੇਖਾਂ ਕਲਾਂ ਦੇ ਵਿੱਚ ਛਾਪਾ ਮਾਰਿਆ। 2 ਘੰਟੇ ਪੂਰਾ ਪਿੰਡ ਸੀਲ ਰਿਹਾ। ਕਾਂਗਰਸੀ ਲੀਡਰਸ ਨੇ 8 ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਗਈ, ਪਰ ਹਾਲੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਨੇ। ਪਟਿਆਲੇ ਵਿੱਚ ਪਿੰਡੂ ਤੇ ਖੇਤ ਮਜ਼ਦੂਰਾਂ ਦਾ 3 ਦਿਨਾਂ ਧਰਨਾ ਕੱਲ ਸਮਾਪਤ ਹੋ ਗਿਆ। ਪ੍ਰਸ਼ਾਸਨ ਨੇ ਮਜ਼ਦੂਰ ਆਗੂਆਂ ਦੀ 18 ਅਗਸਤ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਹੈ ਤੇ ਇਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਮੀਟਿੰਗ ਬੇਸਿੱਟਾ ਰਹੀ ਤਾਂ ਅਸੀਂ ਪੰਜਾਬ ਦੇ ਸਾਰੇ ਮੰਤਰੀਆਂ ਦੇ ਘਰਾਂ ਅੱਗੇ 1 ਤਰੀਕ ਤੋਂ 2 ਸਤੰਬਰ ਤੱਕ ਦਿਨ ਰਾਤ ਦੇ ਧਰਨੇ ਦੇਵਾਂਗੇ। ਤੇ ਚੰਡੀਗੜ੍ਹ ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਮੰਗ ਸੰਬੰਧੀ ਪੰਜਾਬ UT ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਦੀ ਕੈਬਨਿਟ ਸਬ ਕਮੇਟੀ ਦੇ ਨਾਲ ਚੌਥੀ ਵਾਰੀ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਮੰਤਰੀਆਂ ਨੇ ਇਸ ਮੀਟਿੰਗ ਦੇ ਵਿੱਚੋਂ ਵਾਕਆਊਟ ਹੀ ਕਰ ਦਿੱਤਾ, ਕਿਉਂਕਿ 15% ਵਾਧੇ ਵਾਲਾ ਪ੍ਰਸਤਾਵ ਮਨਜ਼ੂਰ ਕਰਨ ਤੋਂ ਮੁਲਾਜ਼ਮਾਂ ਨੇ ਲਗਾਤਾਰ ਇਨਕਾਰ ਕਰ ਦਿੱਤਾ, ਜਦਕਿ ਮੰਤਰੀ ਵੀ ਆਪਣੀ ਗੱਲ ਤੇ ਬਜ਼ਿੱਦ ਰਹੇ। ਗੱਲਬਾਤ ਸਿਰੇ ਨਾ ਚੜ੍ਹਦੀ ਦੇਖ ਕੇ ਮੰਤਰੀਆਂ ਨੇ ਮੀਟਿੰਗ ਚੋਂ ਵਾਕਆਊਟ ਕਰ ਦਿੱਤਾ। ਇਸ ਕੈਬਨਿਟ ਸਬ ਕਮੇਟੀ ਦੇ ਵਿੱਚ ਬ੍ਰਹਮ ਮਹਿੰਦਰਾ, ਬਲਵੀਰ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਤੇ ਸਾਧੂ ਸਿੰਘ ਧਰਮਸੋਤ ਸ਼ਾਮਲ ਸਨ। ਕੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕੀ ਹੋਇਆ ਹੈ ਉਹ ਤੁਹਾਨੂੰ ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਾਂਗੇ, ਪਰ ਲੋਕ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਹੋਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ BJP ਰਲੀਆਂ ਹੋਈਆਂ ਨੇ। ਹਰਸਿਮਰਤ ਕੌਰ ਬਾਦਲ ਨੇ ਵੀਡੀਓ ਜਾਰੀ ਕਰਕੇ ਵਿਸਥਾਰ ਦੇ ਵਿੱਚ ਦੱਸਿਆ ਹੈ ਕਿ ਇਹਨਾਂ ਦੀ ਜਿਹੜੀ ਮਿਲੀ ਭੁਗਤ ਹੈ ਉਹ ਕਿਸ ਤਰੀਕੇ ਦੇ ਨਾਲ ਅਸੀਂ ਮੌਨਸੂਨ ਸੈਸ਼ਨ ਦੇ ਵਿੱਚ ਦੇਖੀ ਹੈ, ਸਦਨ ਦੇ ਅੰਦਰ ਤੇ ਸਦਨ ਦੇ ਬਾਹਰ। ਹਰਿਆਣਾ ਸਰਕਾਰ ਨੇ ਸਾਂਝੇ ਪੰਜਾਬ ਦੇ ਸਮੇਂ ਤੋਂ ਚੱਲਦੇ ਆ ਰਹੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਸੇਵਾ ਨਿਯਮਾਂ ਦੇ ਵਿੱਚੋਂ ਪੰਜਾਬ ਸ਼ਬਦ ਹਟਾਉਣ ਦਾ ਫੈਸਲਾ ਲਿਆ। ਇਹਦੇ ਨਾਲ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਸੰਬੰਧਿਤ ਸਾਰੇ ਨਿਯਮ ਤੇ ਕਾਨੂੰਨ ਹਰਿਆਣਾ ਸੂਬੇ ਦੇ ਹੀ ਹੋਣਗੇ। ਹਰਿਆਣਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਹਰਿਆਣਾ ਦੇ ਨਿਰਮਾਣ ਨੂੰ 55 ਸਾਲ ਬੀਤ ਚੁੱਕੇ ਨੇ। ਇਸ ਦੇ ਬਾਵਜੂਦ ਵੀ ਹਰਿਆਣਾ ਦੇ ਨਿਯਮਾਂ ਤੇ ਕਾਨੂੰਨਾਂ ਵਿੱਚ ਪੰਜਾਬ ਦਾ ਨਾਮ ਵਰਤਿਆ ਜਾਂਦਾ ਹੈ। ਭਵਿੱਖ ਵਿੱਚ ਇਹ ਸਾਰੇ ਨਿਯਮ ਹਰਿਆਣਾ ਦੇ ਹੋਣਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਮੌਸਮ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਅਸੀਂ ਤੁਹਾਨੂੰ 9 ਵਜੇ ਦੇ ਵੈਦਰ ਬੁਲੇਟਿਨ ਦੇ ਵਿੱਚ ਦੇਵਾਂਗੇ। ਅਫਗਾਨਿਸਤਾਨ ਦੇ ਵਿੱਚ ਸੁਰੱਖਿਆ ਬਲਾਂ ਤੇ ਤਾਲਿਬਾਨ ਦੇ ਵਿਚਾਲੇ ਲੜਾਈ ਦੇ ਕਾਰਨ ਦੇਸ਼ ਦੇ ਹਾਲਾਤ ਵੱਧ ਤੋਂ ਵੱਧਤਰ ਹੁੰਦੇ ਜਾ ਰਹੇ ਨੇ। ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਦੇ ਕੁੰਦੁਜ਼ ਹਵਾਈ ਅੱਡੇ ਸਥਿਤ ਫੌਜ ਦੇ ਹੈੱਡਕੁਆਟਰ ਤੇ ਵੀ ਤਾਲਿਬਾਨ ਨੇ ਕਬਜ਼ਾ ਕਰ ਲਿਆ। ਇਸ ਦੇ ਨਾਲ ਪੂਰਬ ਉੱਤਰ ਸੂਬੇ ਤੇ ਤਾਲਿਬਾਨ ਦਾ ਹੁਣ ਪੂਰਾ ਕਬਜ਼ਾ ਹੋ ਚੁੱਕਿਆ ਹੈ। ਇਸੇ ਦਰਮਿਆਨ ਅਫਗਾਨਿਸਤਾਨ ਦੇ ਮਜ਼ਾਰ ਸ਼ਰੀਫ ਤੋਂ 50 ਭਾਰਤੀ ਨਾਗਰਿਕ ਦਿੱਲੀ ਵੀ ਪਹੁੰਚ ਚੁੱਕੇ ਨੇ। ਅਸੀਂ ਵੀ ਅਪੀਲ ਕੀਤੀ ਸੀ ਬੁਲੇਟਿਨ ਦੇ ਵਿੱਚ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਭਾਰਤੀ ਨੇ ਤੁਰੰਤ ਮੁਲਕ ਪਰਤ ਆਉਣ। ਅੰਬੈਸੀ ਹੈ ਜਿਹੜੀ ਭਾਰਤੀ ਉਹਨਾਂ ਦੇ ਨਾਲ ਸੰਪਰਕ ਕਰਨ ਅਤੇ ਜਿਹੜੇ ਵਿਸ਼ੇਸ਼ ਜਹਾਜ਼ ਨੇ ਉਹ ਚਾਲੂ ਕੀਤੇ ਗਏ ਨੇ ਤੇ ਤੁਰੰਤ ਤੁਸੀਂ ਆਪਣੇ ਮੁਲਕ ਵਾਪਸ ਪਰਤ ਆਓ। ਡਿਪਲੋਮੈਟਾਂ ਸਮੇਤ ਕੁੱਲ 50 ਭਾਰਤੀ ਨਾਗਰਿਕ ਨੇ ਜਿਹੜੇ ਉਹ ਦਿੱਲੀ ਪਹੁੰਚੇ ਨੇ। 50 ਭਾਰਤੀਆਂ ਨੂੰ ਲੈ ਕੇ ਖਾਸ ਉਡਾਣ ਹੈ ਜਿਹੜੀ ਉਹ ਦਿੱਲੀ ਪਹੁੰਚੀ ਹੈ ਤੇ ਭਾਰਤ ਨੇ ਮਜ਼ਾਰ ਸ਼ਰੀਫ ਦੇ ਵਿੱਚ ਆਪਣਾ ਕੌਂਸਲੇਟ ਜਨਰਲ ਦਫ਼ਤਰ ਹੈ ਜਿਹੜਾ ਉਹ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ। ਹੁਣ ਸਕੂਲਾਂ ਦੇ ਨਾਲ ਜੁੜੀ ਜ਼ਰੂਰੀ ਖਬਰ ਹੈ। ਭਾਰਤ ਦੇ ਕਈ ਸੂਬਿਆਂ ਦੇ ਵਿੱਚ ਸਕੂਲ ਮੁੜ ਤੋਂ ਖੁੱਲਣੇ ਸ਼ੁਰੂ ਹੋ ਗਏ ਨੇ। ਇਸੇ ਦਰਮਿਆਨ WHO ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਬੱਚਿਆਂ ਦੀ ਮਾਨਸਿਕ, ਸਰੀਰਕ ਅਤੇ ਬੌਧਾਤਮਕ ਯੋਗਤਾਵਾਂ ਤੇ ਲੰਬੇ ਸਮੇਂ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਰੋਕਣ ਦੇ ਲਈ ਕੁਝ ਗਾਈਡਲਾਈਨ ਸਾਂਝੀਆਂ ਕੀਤੀਆਂ ਨੇ। ਸੌਮਿਆ ਨੇ ਟਵਿੱਟਰ ਤੇ ਲਿਖਿਆ ਹੈ ਕਿ ਸਕੂਲ ਖੋਲਦੇ ਸਮੇਂ ਸਮਾਜਿਕ ਦੂਰੀ, ਮਾਸਕ ਪਹਿਨਣਾ, ਹੱਥਾਂ ਨੂੰ ਰੋਗਾਣੂ ਮੁਕਤ ਕਰਨਾ ਯਾਨੀ ਕਿ ਹੱਥ ਸਾਫ਼ ਕਰਨੇ ਤੇ ਸਾਰੇ ਜਿਹੜੇ ਵੱਡੇ ਹੈਗੇ ਨੇ ਯਾਨੀ ਕਿ 18 ਸਾਲ ਤੋਂ ਬੱਚੇ 18 ਸਾਲ ਤੋਂ ਵੱਧ ਜਿਹੜਾ ਵੀ ਸਟਾਫ ਹੈਗਾ, ਜਿਹੜਾ ਟੀਚਿੰਗ, ਨਾਨ ਟੀਚਿੰਗ ਸਟਾਫ ਜਾਂ ਜਿਹੜੇ ਵਿਦਿਅਕ ਅਦਾਰਿਆਂ ਦਾ ਜਿਹੜਾ ਵੀ ਵਿਅਕਤੀ ਹੈ, ਮੁਲਾਜ਼ਮ ਹੈ, ਉਸ ਦਾ ਟੀਕਾਕਰਨ ਉਸ ਨੂੰ ਯਕੀਨੀ ਬਣਾਇਆ ਜਾਵੇ।
ਅਤੇ ਸਵਾਮੀਨਾਥਨ ਨੇ ਇੰਡੋਰ ਸਿੰਗਿੰਗ ਅਤੇ ਸਭਾ ਦਾ ਆਯੋਜਨ ਕਰਨ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ ਕਿ ਸਕੂਲਾਂ ਦੇ ਵਿੱਚ ਹਾਲੇ ਇੰਡੋਰ ਇਕੱਠ ਨਾ ਕੀਤੇ ਜਾਣ ਤੇ ਇਹ ਵੀ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਲਈ ਅਧਿਆਪਕਾਂ ਦੀ ਵੈਕਸੀਨੇਸ਼ਨ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੱਕ ਬੱਚਿਆਂ ਦੇ ਲਈ ਟੀਕਾ ਉਪਲਬਧ ਨਹੀਂ ਹੈ ਕਮ ਸੇ ਕਮ ਵੱਡਿਆਂ ਦੀ ਵੈਕਸੀਨੇਸ਼ਨ ਹੋ ਜਾਣੀ ਚਾਹੀਦੀ ਹੈ। ਵੱਧ ਤੋਂ ਵੱਧ ਬਾਲਗਾਂ ਖਾਸ ਕਰਕੇ ਅਧਿਆਪਕਾਂ ਨੂੰ ਟੀਕਾ ਲਾਇਆ ਜਾਵੇ। ਸਕੂਲ ਉਦੋਂ ਹੀ ਖੋਲੇ ਜਾਣ ਜਦੋਂ ਕਮਿਊਨਿਟੀ ਟ੍ਰਾਂਸਮਿਸ਼ਨ ਦਾ जोखिम घट होवे। ਇਹ ਵੀ ਉਮੀਦ ਜਤਾਈ ਹੈ ਸਵਾਮਿਆਂ ਨੇ ਕਿ ਸਾਡੇ ਕੋਲ ਬੱਚਿਆਂ ਦੀ ਕਰੋਨਾ ਵੈਕਸੀਨ ਹੋਏਗੀ, ਪਰ ਇਸ ਸਾਲ ਤਾਂ ਬੱਚਿਆਂ ਦੀ ਵੈਕਸੀਨ ਨਹੀਂ ਮਿਲਣ ਵਾਲੀ। ਸਕੂਲ ਉਦੋਂ ਹੀ ਖੋਲੇ ਜਾਣ ਜਦੋਂ ਸਾਰੇ ਜਿਹੜੇ ਹਾਲਾਤ ਠੀਕ ਲੱਗਦੇ ਹੋਣ। ਤੇ ਇਸੇ ਦਰਮਿਆਨ ਨਵਾਂ ਸ਼ਹਿਰ ਤੋਂ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ 2 ਅਗਸਤ ਨੂੰ ਹੀ ਸਾਰੇ ਸਕੂਲ ਖੁੱਲੇ ਹੈਗੇ ਨੇ। ਉਸ ਤੋਂ ਬਾਅਦ ਮੰਗਲਵਾਰ ਨੂੰ ਲੁਧਿਆਣਾ ਦੇ 2 ਸਕੂਲ ਬੰਦ ਕਰ ਦਿੱਤੇ ਗਏ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ। ਤੇ ਹੁਣ ਨਵਾਂ ਸ਼ਹਿਰ ਦੇ ਟਾਂਡਾ ਨੇੜੇ ਪਿੰਡ ਜਾਜਾ ਦੇ ਸਰਕਾਰੀ ਹਾਈ ਸਕੂਲ ਨੂੰ 15 ਅਗਸਤ ਤੱਕ ਬੰਦ ਕਰ ਦਿੱਤਾ ਗਿਆ। ਸਕੂਲ ਦੇ ਸਟਾਫ ਮੈਂਬਰਾਂ ਤੇ 74 ਵਿਦਿਆਰਥੀਆਂ ਦੇ ਕੀਤੇ ਗਏ ਰੈਪਿਡ ਟੈਸਟਾਂ ਦੇ ਵਿੱਚੋਂ 6 ਵਿਦਿਆਰਥੀ ਪੋਜ਼ਿਟਿਵ ਨਿਕਲੇ ਨੇ। ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੇ ਇਹ ਜਿਹੜੇ ਟੈਸਟ ਲਏ ਸੀ, ਜਿਸ ਤੋਂ ਬਾਅਦ ਸਕੂਲ ਹੈ ਜਿਹੜਾ ਉਹ 15 ਅਗਸਤ ਤੱਕ ਹੁਣ ਬੰਦ ਰਹੇਗਾ। ਤੇ ਉਧਰ ਕਰਨਾਟਕਾ ਦੀ ਸਰਕਾਰ ਹੈ ਜਿਹੜੀ ਉਹ 16 ਅਗਸਤ ਤੋਂ ਲੋਕਡਾਊਨ ਲਾ ਸਕਦੀ ਹੈ, ਹਲਕਾ ਲੋਕਡਾਊਨ ਲਾ ਸਕਦੀ ਹੈ, ਕਿਉਂਕਿ ਕਰਨਾਟਕਾ ਦੇ ਵਿੱਚ ਪਿਛਲੇ 5 ਦਿਨਾਂ ਦੇ ਵਿੱਚ ਘੱਟੋ ਘੱਟ 242 ਬੱਚੇ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਸਰਕਾਰੀ ਅੰਕੜੇ ਇਹ ਜਾਣਕਾਰੀ ਦਿੰਦੇ ਨੇ। ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਬੱਚਿਆਂ ਦੀ ਗਿਣਤੀ ਵੱਧ ਸਕਦੀ ਹੈ। ਇਹਨਾਂ ਦੇ ਵਿੱਚੋਂ 106 ਬੱਚਿਆਂ ਦੀ ਉਮਰ 9 ਸਾਲ ਤੋਂ ਘੱਟ ਹੈ, 136 ਬੱਚੇ 9 ਤੋਂ 19 ਸਾਲ ਦੇ ਵਿਚਕਾਰ ਦੇ ਨੇ। ਮੰਗਲਵਾਰ ਨੂੰ ਸੂਬੇ ਵਿੱਚ ਲੱਗਦੇ 1338 ਨਵੇਂ ਮਾਮਲੇ ਪਾਏ ਗਏ ਤੇ 31 ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ ਹੈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਦੇ ਮੁਤਾਬਿਕ ਕੁਝ ਦਿਨਾਂ ਦੇ ਵਿੱਚ ਮਾਮਲੇ 3 ਗੁਣਾ ਹੋ ਜਾਣਗੇ, ਜਿਹੜਾ ਕਿ ਇੱਕ ਵੱਡਾ ਖਤਰਾ ਹੈ। ਕਰਨਾਟਕਾ ਸਰਕਾਰ ਨੇ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਾਤ ਅਤੇ ਹਫ਼ਤਾਵਾਰੀ ਕਰਫਿਊ ਦਾ ਐਲਾਨ ਜਿਹੜਾ ਉਹ ਕੀਤਾ ਹੋਇਆ ਤੇ ਹੁਣ ਇਹ ਵੀ ਖਬਰਾਂ ਜਿਹੜੀਆਂ ਮਿਲ ਰਹੀਆਂ ਨੇ ਕਿ ਅੰਸ਼ਿਕ ਲਾਕਡਾਊਨ ਲੱਗ ਸਕਦਾ ਹੈ। ਕੇਰਲਾ ਤੋਂ ਕਰਨਾਟਕ, ਮਹਾਰਾਸ਼ਟਰ, ਕਰਨਾਟਕ ਇਹਨਾਂ ਸਰਹੱਦਾਂ ਤੇ ਦਾਖਲੇ ਤੇ ਪਾਬੰਦੀਆਂ ਵੀ ਕਰਨਾਟਕਾ ਸਰਕਾਰ ਨੇ ਲਾ ਰੱਖੀਆਂ ਨੇ। ਇਸ ਦੌਰਾਨ ਸਿਰਫ RT-PCR ਸਰਟੀਫਿਕੇਟ ਵਾਲੇ ਯਾਤਰੀ ਹੀ ਦਾਖਲ ਹੋ ਸਕਦੇ ਨੇ ਤੇ ਸਰਟੀਫਿਕੇਟ 72 ਘੰਟਿਆਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਕਿਸਾਨ ਮੋਰਚੇ ਨਾਲ ਜੁੜੀ ਇੱਕ ਵੱਡੀ ਖਬਰ ਹੈ, ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਤੋਂ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਨੇ ਫਿਰ ਕਿਸਾਨਾਂ ਨੂੰ ਭੜਕਾਉਣ ਵਾਲੀ ਗੱਲ ਕੀਤੀ ਹੈ। ਕਿਹਾ ਕਿ ਜੇ ਕਿਸਾਨ ਚੋਣਾਂ ਲੜਦੇ ਨੇ ਤਾਂ ਉਹਨਾਂ ਨੂੰ 500 ਤੋਂ ਵੱਧ ਵੋਟਾਂ ਨਹੀਂ ਪੈਣੀਆਂ। ਉਹਨਾਂ ਨੇ ਇੱਕ ਨਿੱਜੀ ਟੀਵੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਇਹ ਦਾਅਵਾ ਕੀਤਾ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਵਾਲੇ ਨੇ। ਇਹ ਕਿਸਾਨ ਅੰਦੋਲਨ ਨਹੀਂ ਬਲਕਿ ਹਿੰਸਕ ਅੰਦੋਲਨ ਹੈ। ਕਿਸਾਨਾਂ ਨੇ ਤਾਂ ਕਹਿੰਦੇ ਅੰਦੋਲਨ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਹੈ। ਅੰਦੋਲਨ ਕਿਸਾਨਾਂ ਦੇ ਹਿੱਤਾਂ ਤੋਂ ਨਹੀਂ ਬਲਕਿ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਗਰੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਜ਼ਿੱਦ ਕਾਰਨ ਬੈਠਕਾਂ ਦਾ ਸਿਲਸਿਲਾ ਰੁਕ ਗਿਆ। ਕਿਸਾਨਾਂ ਨੂੰ ਬਿਨਾਂ ਸ਼ਰਤ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਜੇ ਕਿਸਾਨ ਇੱਕ ਫੋਨ ਕਾਲ ਕਰਨ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅੱਧੀ ਰਾਤ ਨੂੰ ਵੀ ਬੈਠਕ ਕਰ ਲੈਣਗੇ। ਕਹਿੰਦੇ ਵਿਧਾਇਕਾਂ ਦੀ ਮੌਬ ਲਿੰਚਿੰਗ ਕਰਨਾ, ਬੀਜੇਪੀ ਦੇ ਲੋਕਾਂ ਤੇ ਹਮਲਾ ਕਰਨਾ ਦਰਸਾਉਂਦਾ ਹੈ ਕਿ ਸਰਕਾਰੀ ਅੱਤਵਾਦ ਹੈ ਜੋ ਕਿਸਾਨ ਫੈਲਾ ਰਿਹਾ ਹੈ। ਤਾਂ ਇੱਥੇ ਇੱਕ ਸਵਾਲ ਵੀ ਉੱਠਦਾ ਹੈ ਕਿ ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੌਬ ਲਿੰਚਿੰਗ ਹੁੰਦੀ ਹੈ ਕੀ ਉਹ ਸਰਕਾਰੀ ਅੱਤਵਾਦ ਹੁੰਦਾ ਹੈ? ਹਾਲਾਂਕਿ ਇਹ ਬਹੁਤ ਹੀ ਵੱਡਾ ਇਲਜ਼ਾਮ ਹੈ ਕਿਸਾਨਾਂ ਦੇ ਉੱਤੇ। ਕਿਸਾਨ ਜਿਹੜਾ ਹੈਗਾ ਉਹ ਕਾਲੇ ਝੰਡਿਆਂ ਦੇ ਨਾਲ ਜਾਂ ਫਿਰ ਜਿਹੜਾ ਹੈਗਾ ਪ੍ਰਤੀਕਾਤਮਕ ਰੋਸ ਪ੍ਰਗਟਾਵਾ ਕਰਦੇ ਨੇ, ਬੀਜੇਪੀ ਦੇ ਲੀਡਰਾਂ ਦਾ ਜ਼ਰੂਰ ਕਰਦੇ ਨੇ, ਪਰ ਇਹ ਬਹੁਤ ਵੱਡਾ ਇਲਜ਼ਾਮ ਜਿਹੜਾ ਲਾਇਆ ਗਿਆ। ਦੇਖਦੇ ਹਾਂ ਕਿਸਾਨ ਇਸ ਦਾ ਕੀ ਜਵਾਬ ਦਿੰਦੇ ਨੇ। ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਮੋਰਚੇ ਦੀਆਂ ਬੈਠਕਾਂ ਦਾ ਬਾਈਕਾਟ ਕਰਨ ਵਾਲੇ ਲੀਡਰ ਗੁਰਨਾਮ ਸਿੰਘ ਚੜੂਨੀ ਕਿਸਾਨ ਏਕਤਾ ਮੋਰਚੇ ਦੇ ਹੀ ਪੇਜ ਤੋਂ ਲਾਈਵ ਹੋਏ ਨੇ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਪੰਜਾਬ ਤੋਂ ਚੋਣਾਂ ਲੜਾਂਗਾ ਜਾਂ ਕੋਈ ਪਾਰਟੀ ਬਣਾਵਾਂਗਾ। ਕਈ ਦਿਨਾਂ ਤੋਂ ਕਹਿੰਦੇ ਅਫਵਾਹ ਉੱਡ ਰਹੀ ਹੈ ਕਿ ਮੈਂ ਪੰਜਾਬ ਦੇ ਵਪਾਰੀਆਂ ਦੇ ਨਾਲ ਮਿਲ ਕੇ ਕੋਈ ਪਾਰਟੀ ਬਣਾਈ ਹੈ। ਮੈਂ ਸਪਸ਼ਟ ਕਰ ਦਿੰਦਾ, ਮੀਡੀਆ ਨੇ ਗਲਤ ਖਬਰ ਚਲਾਈ ਹੈ। ਨਾ ਮੈਂ ਕਿਸੇ ਦਾ ਮੁੱਖ ਮੰਤਰੀ ਚਿਹਰਾ, ਨਾ ਹੀ ਮੈਂ ਕੋਈ ਪਾਰਟੀ ਬਣਾਈ ਹੈ। ਮੈਂ ਸਿਰਫ ਮਿਸ਼ਨ ਪੰਜਾਬ ਦਾ ਆਈਡੀਆ ਦਿੱਤਾ ਸੀ। ਪੰਜਾਬ ਦੇ ਵਪਾਰੀਆਂ ਨੇ ਮੈਨੂੰ ਸੈਮੀਨਾਰ ਦੇ ਵਿੱਚ ਬੁਲਾਇਆ ਸੀ। ਸਿਆਸੀ ਪਾਰਟੀਆਂ ਵੋਟ ਤੋਂ ਡਰਦੀਆਂ ਨੇ। ਮੈਂ ਕਦੇ ਨਹੀਂ ਕਿਹਾ ਚੋਣ ਲੜਾਂਗਾ ਜਾਂ CM ਬਣਾਂਗਾ, ਪਰ ਮੈਂ ਸਿਰਫ ਇੰਨਾ ਕਹਿੰਦਾ ਹਾਂ ਕਿ ਸਿਆਸੀ ਪਾਰਟੀਆਂ ਵੋਟਾਂ ਤੋਂ ਡਰਦੀਆਂ ਨੇ, ਯਾਨੀ ਕਿ ਤੁਹਾਡੀ ਵੋਟ ਤੋਂ ਉਹ ਡਰਦੀਆਂ ਨੇ, ਉਸੇ ਨੂੰ ਇਹ ਖਰੀਦ ਲੈਂਦੀਆਂ ਨੇ, ਉਸੇ ਦੀ ਦੁਰਵਰਤੋਂ ਕਰਦੀਆਂ ਨੇ। ਸੋ ਵੋਟ ਹੈ ਜਿਹੜੀ ਉਹ ਤੁਸੀਂ ਸਹੀ ਲੋਕਾਂ ਦੇ ਲਈ ਦੇਣੀ ਹੈ। ना तो हमने कोई पार्टी बनाई है, ना हम किसी पार्टी में शामिल हुए हैं। उन्होंने, पंजाब के व्यापारियों ने हमें एक सेमिनार के लिए बुलाया था और ये कहा था कि मिशन पंजाब में हम समर्थन करेंगे। तो साथियों, आगे जो भी हुआ उसका मेरे को पहले से कोई पता नहीं था और वो मीडिया में फिर और गलत तरीके से छाप दिया गया। एक ने तो लिख दिया गुरनाम सिंह ने पार्टी बनाई, एक ने उसमें कुछ और बोल दिया, पार्टी में शामिल हुए, मुख्यमंत्री का चेहरा होंगे।
ना तो मैं कहीं मुख्यमंत्री का चेहरा हूँ और ना मैं पंजाब में चुनाव लड़ूंगा। तो ये अफवाहें कई दिन से मीडिया में गलत खबरें आने की वजह से फैल रही है और इसके पीछे कोई षड्यंत्र किसी का भी हो सकता है बदनाम करने के लिए। हम आंदोलनकारी हैं और जब तक ये आंदोलन चलेगा तब तक हम अंਦੋਲਨ में साथ खड़े हैं। ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਵਿਰੋਧ ਬੀਜੇਪੀ ਲੀਡਰਾਂ ਦਾ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਪੰਚਕੂਲਾ ਦੇ ਵਿੱਚ ਕਿਸਾਨਾਂ ਨੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦਾ ਤਿੱਖਾ ਵਿਰੋਧ ਕੀਤਾ। ਕਿਸਾਨਾਂ ਨੂੰ ਚਕਮਾ ਦੇ ਕੇ ਦੁਸ਼ਯੰਤ ਚੌਟਾਲਾ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀ, ਪਰ ਕਿਸਾਨ ਵੀ ਕਾਲੇ ਝੰਡੇ ਲੈ ਕੇ ਪਹੁੰਚ ਗਏ। ਇੱਥੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਦੇ ਵਿਚਕਾਰ ਫਿਰ ਤੋਂ ਧੱਕਾ ਮੁੱਕੀ ਹੋਈ ਤੇ ਫਿਰ ਵੀ ਕਿਸਾਨ ਕਾਲੇ ਝੰਡੇ ਲਹਿਰਾਉਂਦੇ ਰਹੇ ਤੇ ਨਾਅਰੇ ਲਾਉਂਦੇ ਰਹੇ। श्री अकाल तख्त साहिब ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਵਾਅਦਾ ਪੂਰਾ ਨਾ ਕਰਨ ਦੇ ਦੋਸ਼ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ 2 ਮੰਤਰੀ ਤੇ 3 ਵਿਧਾਇਕਾਂ ਦੇ ਖਿਲਾਫ 20 ਅਗਸਤ ਨੂੰ ਅਸੀਂ ਹੁਕਮਨਾਮਾ ਜਾਰੀ ਕਰਾਂਗੇ ਤੇ ਉਸ ਦੇ ਲਈ 17 ਅਗਸਤ ਨੂੰ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਵਿਖੇ ਪਹਿਲਾਂ ਪੰਥਕ ਜਥੇਬੰਦੀਆਂ ਦਾ ਇਕੱਠ ਹੈ ਜਿਹੜਾ ਉਹ ਬੁਲਾਇਆ ਹੈ। ਉਸ ਦੇ ਵਿੱਚ ਵਿਚਾਰ ਚਰਚਾ ਹੋਏਗੀ ਤੇ ਫਿਰ 20 ਅਗਸਤ ਨੂੰ ਹੁਕਮਨਾਮਾ ਜਾਰੀ ਕੀਤਾ ਜਾਏਗਾ। ਧਿਆਨ ਸਿੰਘ ਮੰਡ ਨੇ ਕਿਹਾ ਕਿ 11 ਅਗਸਤ ਨੂੰ ਇਹਨਾਂ ਨੂੰ ਤਲਬ ਕੀਤਾ ਗਿਆ ਸੀ, यानी कि बुधवार ਨੂੰ तलब किया गया सी, नहीं पहुंचे। उस तो बाद ये जानकारी है जिहड़ी ध्यान सिंह मान ने दी। उस तो पहला 2 अगस्त ਨੂੰ भी तलब किया गया सी। कैबिनेट मंत्री तृप्त रजिंदर सिंह बाजवा ते सुखजिंदर सिंह रंधावा सने 3 विधायक हरमिंदर सिंह गिल, कुशलदीप सिंह ढिल्लों ते कुलबीर सिंह जीरा, इन्हां पंजां ते हुण जिहड़े मुतवाजी जथेदार ने वो भड़के हुए ने कि बरगाड़ी दे विच जो असीं इंसाफ मोर्चा लाया सी तां इन्हां ने झूठा वादा करके साडे तो ये मोर्चा खत्म करवा दिता सी, पर मंगां साडीआं जिहड़ियां हाले तक नहीं मन्नियां। ਸਕੂਲਾਂ ਦੇ ਨਾਲ ਜੁੜੀ ਇੱਕ ਹੋਰ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਾਰੇ ਵਿਭਾਗਾਂ ਨੂੰ ਆਰਟੀਪੀਸੀਆਰ ਟੈਸਟਾਂ ਦੀ ਗਿਣਤੀ ਵਧਾਉਣ ਅਤੇ ਸਕੂਲਾਂ ਦੇ ਵਿੱਚ ਰੋਜ਼ਾਨਾ 10,000 ਆਰਟੀਪੀਸੀਆਰ ਟੈਸਟ ਕਰਨ ਦੇ ਹੁਕਮ ਦਿੱਤੇ ਨੇ। ਹਾਲਾਂਕਿ ਪਹਿਲਾਂ ਸਰਕਾਰ ਵੀ ਇਹ ਹੁਕਮ ਕਰ ਚੁੱਕੀ ਹੈ, ਪਰ ਵਿਨੀ ਮਹਾਜਨ ਨੇ ਮੁੜ ਕਿਹਾ ਹੈ ਕਿ ਇਹਨਾਂ ਹੁਕਮਾਂ ਨੂੰ ਯਕੀਨੀ ਬਣਾਇਆ ਜਾਵੇ, ਇਹਨਾਂ ਤੇ ਅਮਲ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਤੋਂ ਬਾਅਦ ਸਿਹਤ ਮੰਤਰੀ ਜਿਹੜੇ ਕੇਂਦਰੀ ਸਿਹਤ ਮੰਤਰੀ ਸੁਖ ਮੰਡਾਵੀਆ ਦੇ ਨਾਲ ਵੀ ਮੁਲਾਕਾਤ ਕੀਤੀ। ਕੈਪਟਨ ਨੇ ਕਿਹਾ ਕਿ ਮੈਂ ਸ਼ੁਕਰਗੁਜ਼ਾਰ ਹਾਂ ਮੰਤਰੀ ਦਾ, ਜਿਨ੍ਹਾਂ ਨੇ ਮੇਰੀ ਬੇਨਤੀ ਦਾ ਤੁਰੰਤ ਜਵਾਬ ਦਿੰਦੇ ਹੋਏ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਕੋਟੇ ਵਿੱਚ 25% ਤੁਰੰਤ ਵਾਧਾ ਕਰਨ ਦਾ ਹੁਕਮ ਦੇ ਦਿੱਤਾ ਤੇ ਅਕਤੂਬਰ ਦੇ ਅੰਤ ਤੱਕ ਸਾਡੀ ਮੰਗ ਪੂਰੀ ਕਰਨ ਦਾ ਭਰੋਸਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਕੈਪਟਨ ਕਹਿੰਦੇ ਕਿ ਮੈਂ ਸਿਹਤ ਮੰਤਰੀ ਨੂੰ ਬਠਿੰਡਾ ਦੇ ਵਿੱਚ ਡਰੱਗ ਪਾਰਕ ਸਥਾਪਿਤ ਕਰਨ ਦੇ ਸਾਡੇ ਪ੍ਰਸਤਾਵ ਤੇ ਵਿਚਾਰ ਕਰਨ ਦੇ ਲਈ ਵੀ ਕਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਕੈਪਟਨ ਨੇ ਮੁਲਾਕਾਤ ਕੀਤੀ ਤੇ ਤੁਰੰਤ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕਰਨ ਅਤੇ ਕਿਸਾਨਾਂ ਤੇ ਸਰਕਾਰ ਵਿਚਲੇ ਫਰਕ ਨੂੰ ਦੂਰ ਕਰਨ ਦੀ ਬੇਨਤੀ ਕੀਤੀ। ਕੈਪਟਨ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਹੁਣ ਤੱਕ ਕਿਸਾਨੀ ਸੰਘਰਸ਼ ਵਿੱਚ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਸਾਡੇ ਜਿਹੜੇ ਬਹੁਤ ਸਾਰੇ ਕਿਸਾਨ ਤੇ ਮਜ਼ਦੂਰ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਵੀ ਵੋਟਾਂ ਦੇ ਨੇੜੇ ਹੁਣ ਪੂਰਾ ਜਿਹੜਾ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਏਜੰਡਾ ਚਲਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਖਬੀਰ ਸਿੰਘ ਬਾਦਲ ਨੇ ਘੇਰਿਆ ਹੈ। ਕਹਿੰਦੇ ਅਰਵਿੰਦ ਕੇਜਰੀਵਾਲ ਪੂਰੇ ਦੇਸ਼ ਵਿੱਚ ਦੁਹਾਈਆਂ ਦਿੰਦੇ ਨੇ ਕਿ ਦਿੱਲੀ ਮਾਡਲ ਦੀ ਕੋਈ ਸੂਬਾ ਰੀਸ ਨਹੀਂ ਕਰ ਸਕਦਾ, ਪਰ ਕੌਮੀ ਪੱਧਰ ਤੇ ਤਗਮਾ ਜੇਤੂ ਖਿਡਾਰੀਆਂ ਨੂੰ ਕੇਜਰੀਵਾਲ ਨੇ ਵਾਅਦਿਆਂ ਦੇ ਮੁਤਾਬਿਕ ਸਨਮਾਨਿਤ ਰਾਸ਼ੀ ਪਹੁੰਚਦੀ ਨਹੀਂ ਕੀਤੀ। ਪਹਿਲਵਾਨ ਦਿਵਿਆ ਕਾਕਰਾਂ ਦੀ ਉਦਾਹਰਣ ਕਹਿੰਦੇ ਸਾਡੇ ਸਾਹਮਣੇ ਆਈ ਹੈ, ਜੋ ਦਿੱਲੀ ਵੱਲੋਂ ਨੁਮਾਇੰਦਗੀ ਕਰ ਚੁੱਕੀ ਹੈ, ਪਰ ਕੇਜਰੀਵਾਲ ਸਰਕਾਰ ਦੇ ਲਾਰਿਆਂ ਤੋਂ ਨਿਰਾਸ਼ ਹੋ ਕੇ ਯੂਪੀ ਦੇ ਵੱਲੋਂ ਖੇਡਣ ਦੇ ਲਈ ਮਜਬੂਰ ਹੈ। ਯਾਨੀ ਕਿ ਯੂਪੀ ਦੇ ਵਿੱਚ ਬੀਜੇਪੀ ਸਰਕਾਰ ਦੀ ਤਾਰੀਫ ਕੀਤੀ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਦੀ ਆਲੋਚਨਾ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ। ਇਸ ਦੇ ਨਾਲ ਹੀ ਤਾਜ਼ਾ ਐਲਾਨ ਕੀਤਾ ਹੈ ਕਿ ਸੂਬੇ ਦੀ ਖੁਸ਼ਹਾਲੀ ਵਿੱਚ ਬਿਜਲੀ ਦੀ ਅਹਿਮ ਭੂਮਿਕਾ ਹੁੰਦੀ ਹੈ। ਜਦੋਂ ਸਾਡੀ ਗੱਠਜੋੜ ਵਾਲੀ ਜਿਹੜੀ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਠਜੋੜ ਵਾਲੀ ਜਿਹੜੀ ਸਰਕਾਰ ਬਣੇਗੀ ਤਾਂ ਅਸੀਂ 400 ਯੂਨਿਟ ਹਰ ਮਹੀਨੇ ਮੁਫਤ ਦੇ ਕੇ ਹਰੇਕ ਘਰ ਨੂੰ ਬਿਜਲੀ ਦੇ ਆਰਥਿਕ ਬੋਝ ਤੋਂ ਰਾਹਤ ਦੇਵਾਂਗੇ। ਮੁੜ ਤੋਂ ਇਹ ਆਪਣੇ ਐਲਾਨ ਨੂੰ ਦੁਹਰਾਇਆ ਸੁਖਬੀਰ ਨੇ। इस दरम्यान श्रोमणी अकाली दल के सीनियर लीडर डॉक्टर दलजीत सिंह चीमा ने कहा कि चोणां दा समां नेड़े है, पर कैप्टन सरकार अपने चोण मनोरथ पत्र का 3% काम भी पूरा नहीं कर सकी। कैप्टन साहब जिथे 85% वादे पूरे करन दे दावे करते हैं, उत्थे अकाली दल कह रहा है कि 3% काम भी पूरा नहीं किया। कहते पंजाब के लोगों के नाल इलैक्टोरल फ्रॉड है, कांग्रेस पार्टी नूं दसना पैना है कि इहदे लई जिम्मेदार कौन है। चीमा ने कहा कि साडी नज़र विच सोनिया गांधी तो लैके कैप्टन अमरिंदर सिंह सारी कांग्रेस पार्टी ही दोषी है। इलैक्शन का समा बिल्कुल नेड़े आ गया, पर मैं कांग्रेस पार्टी की लीडरशिप नूं ये जरूर पूछना चाहुंदा कि कृपा करके दसो कि जिहड़ा एडा वड्डा इलैक्टोरल फ्रॉड पंजाब की जनता दे नाल कांग्रेस पार्टी ने कीता,
ਉਹਦੇ ਵਾਸਤੇ ਸਹੀ ਮੁਜਰਮ ਕੌਣ ਹੈ, ਕਿਉਂਕਿ ਸਾਡੀਆਂ ਨਜ਼ਰਾਂ ਦੇ ਵਿੱਚ ਸੋਨੀਆ ਗਾਂਧੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਸਾਰੇ ਕਾਂਗਰਸ ਪਾਰਟੀ ਦੋਸ਼ੀ ਹੈ, ਕਿਉਂਕਿ 3% ਵੀ ਕਾਂਗਰਸ ਦਾ ਮੈਨੀਫੈਸਟੋ ਇੰਪਲੀਮੈਂਟ ਨਹੀਂ ਹੋਇਆ ਤੇ ਸਰਕਾਰ ਦਾ ਪੀਰੀਅਡ ਹੁਣ ਖਤਮ ਹੋ ਗਿਆ। ਇਹ ਮੈਂ ਸਮਝਦਾ ਕਿ ਬਹੁਤ ਵੱਡਾ ਫਰਾਡ ਹੈ, ਬਹੁਤ ਵੱਡਾ ਇੱਕ ਪਾਪ ਹੈ ਕਿ ਜਿਹੜੀ ਇਨੋਸੈਂਟ ਜਨਤਾ ਉਹਨੂੰ ਇਸ ਹੱਦ ਤੱਕ ਗੁੰਮਰਾਹ ਕਰਕੇ ਵੋਟਾਂ ਲੈ ਲਈਆਂ ਤੇ ਇੱਕ ਵੀ ਉਹਨਾਂ ਦਾ ਕੰਮ ਨਹੀਂ ਕੀਤਾ। ਇਸ ਲਈ ਦੱਸੋ ਤਾਂ ਸਹੀ ਕਿ ਸਹੀ ਮੁਜਰਮ ਕੌਣ ਹੈ, ਜ਼ਿੰਮੇਵਾਰੀ ਕਿਹਦੇ ਸਿਰ ਪਾਈ ਜਾਵੇ। ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣਾ 13 ਨਿਕੇਤੀ ਪ੍ਰੋਗਰਾਮ ਪ੍ਰਧਾਨ ਸਾਹਿਬ ਲੈ ਕੇ ਜਾ ਰਹੇ ਆ। ਅਸੀਂ ਆਪਣਾ 13 ਪੁਆਇੰਟ ਪ੍ਰੋਗਰਾਮ ਵੀ ਦੱਸਾਂਗੇ, ਜੋ ਪਿੱਛੇ ਕਿਹਾ ਸੀ ਉਹ ਕਿਵੇਂ ਪੂਰਾ ਕੀਤਾ ਉਹ ਵੀ ਦੱਸਾਂਗੇ, ਪਰ ਤੁਸੀਂ ਵੀ ਹੁਣ ਮੂੰਹ ਤਾਂ ਖੋਲ੍ਹੋ ਕਿ ਜ਼ਿੰਮੇਵਾਰ ਕੌਣ ਹੈ। ਮੁੱਖ ਮੰਤਰੀ ਕੈਪਟਨ ਜਿੱਥੇ ਦਿੱਲੀ ਦੇ ਵਿੱਚ ਭਖੇ ਹੋਏ ਨੇ, ਉੱਥੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਹੈਗੇ ਨੇ, ਪੰਜਾਬ ਪ੍ਰਧਾਨ, ਉਹ ਪੰਜਾਬ ਦੇ ਵਿੱਚ ਪੂਰੇ ਐਕਟਿਵ ਹੋਏ ਪਏ ਨੇ। ਨਵਜੋਤ ਸਿੰਘ ਸਿੱਧੂ ਨੇ ਆਪਣੇ ਜਿਹੜੇ 4 ਨਵੇਂ ਸਲਾਹਕਾਰ ਨਿਯੁਕਤ ਕਰ ਦਿੱਤੇ ਨੇ। ਉਹਨਾਂ ਨੇ ਸਲਾਹਾਂ ਲੈਣ ਦੇ ਲਈ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ, ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਮਾਲਵਿੰਦਰ ਸਿੰਘ ਮਾਲੀ ਤੇ ਡਾਕਟਰ ਪਿਆਰੇ ਲਾਲ ਗਰਗ ਨੂੰ ਆਪਣੇ 4 ਸਲਾਹਕਾਰ ਨਿਯੁਕਤ ਕੀਤਾ। ਸਿੱਧੂ ਨੇ ਕਿਹਾ ਕਿ ਹਰੇਕ ਪੰਜਾਬੀ ਦੇ ਸੁਨਹਿਰੀ ਭਵਿੱਖ ਦੀ ਉਸਾਰੀ ਸੰਬੰਧੀ ਇਹਨਾਂ 4 ਦੇ ਨਜ਼ਰੀਏ ਤੇ ਕੰਮ ਕਰਕੇ ਮੈਂ ਪੰਜਾਬ ਦਾ ਭਲਾ ਕਰਾਂਗਾ ਤੇ ਨਿੱਜੀ ਤੌਰ ਤੇ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਪੰਜਾਬ ਦੇ ਵਿੱਚ ਇਨੀ ਦਿਨੀ ਚੋਰੀ ਦੀਆਂ ਕਾਫੀ ਘਟਨਾਵਾਂ ਵਾਪਰ ਰਹੀਆਂ ਨੇ। ਸਭ ਤੋਂ ਪਹਿਲਾਂ ਅਸੀਂ ਇਹੀ ਕਹਾਂਗੇ ਕਿ ਆਪਣੇ ਘਰ ਦਾ ਖਿਆਲ ਰੱਖੋ, ਆਪਣੇ ਘਰ ਦੇ ਵਿੱਚ ਇੰਨੇ ਬੇਸੁਰਤ ਹੋ ਕੇ ਨਾ ਰਹੋ ਕਿ ਚੋਰ ਤੁਹਾਡੇ ਘਰ ਨੂੰ ਸੰਨ ਲਾ ਜਾਣ ਤੇ ਤੁਸੀਂ ਸੁੱਤੇ ਪਏ ਰਹਿ ਜਾਓ ਏਸੀ ਦੀ ਠੰਡਕ ਦੇ ਵਿੱਚ। ਕਈ ਘਟਨਾਵਾਂ ਪਿਛਲੇ 2-3 ਦਿਨਾਂ ਦੇ ਵਿੱਚ ਸਾਹਮਣੇ ਆਈਆਂ ਨੇ। ਲਹਿਰਾ ਗਾਗਾ ਤੋਂ ਹੁਣ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਲਿਆ ਤੇ ਫਿਰ ਘਰ ਵਿੱਚ ਡਾਕਾ ਮਾਰਿਆ। ਲਹਿਰਾ ਗਾਗਾ ਦੇ ਵਾਰਡ ਨੰਬਰ 15 ਦੀ ਕਾਠਪੁਲ ਬਸਤੀ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ। 4 ਲੁਟੇਰੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ, ਪਿਸਤੌਲ ਦਿਖਾ ਕੇ ਬਜ਼ੁਰਗ ਜੋੜਾ ਸੇਵਾ ਮੁਕਤ ਬਿਜਲੀ ਕਰਮਚਾਰੀ ਸ੍ਰੀ ਰਾਮ ਤੇ ਉਸਦੀ ਪਤਨੀ ਸਿੰਗਾਰੀ ਦੇਵੀ, ਇਹਨਾਂ ਨੂੰ ਬੰਦੀ ਬਣਾ ਕੇ ਲੁੱਟਿਆ ਗਿਆ। ਪਹਿਲਾਂ ਤਾਂ ਸ੍ਰੀ ਰਾਮ ਦੀ ਪਤਨੀ ਦੇ ਜੋ ਗਹਿਣੇ ਪਾਏ ਹੋਏ ਸੀ ਉਹ ਪੱਟ ਲਏ, ਕਿਉਂਕਿ ਇਹਨਾਂ ਨੂੰ ਜਿਹੜਾ ਚੁੰਨੀਆਂ ਦੇ ਨਾਲ ਬੰਨ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਕਮਰੇ ਦੀ ਪੂਰਾ 1 ਘੰਟਾ ਉਹ ਜਿਹੜੀ ਇਹ ਤਲਾਸ਼ੀ ਲੈਂਦੇ ਰਹੇ। ਜਿਹੜਾ ਵੀ ਸਮਾਨ, ਸੋਨਾ, ਨਗਦੀ, ਹੋਰ ਸਮਾਨ ਮਿਲਿਆ ਸੀ ਉਹ ਲੁੱਟ ਕੇ ਚਲੇ ਗਏ। ਤੇ ਇਹ ਕਰਿਆਣੇ ਦੀ ਦੁਕਾਨ ਜਿਹੜਾ ਕਰ ਰਹੇ ਸੀ, ਹੁਣ ਕਰਿਆਨੇ ਦੀ ਦੁਕਾਨ, 1 ਕਮਰਾ ਇਹਨਾਂ ਨੇ ਕਿਰਾਏ ਤੇ ਦਿੱਤਾ ਹੋਇਆ ਸੀ ਤੇ ਕਿਰਾਏਦਾਰ ਨੂੰ ਵੀ ਨਹੀਂ ਬਖਸ਼ਿਆ ਹੈਗਾ। ਕਿਰਾਏਦਾਰ ਨੂੰ ਬਾਹਰੋਂ ਜਿਹੜਾ ਕੁੰਡਾ ਲਾ ਦਿੱਤਾ ਤੇ ਫਿਰ ਬਾਅਦ ਚੋਂ ਇਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਧਾਰਾ 380 ਤੇ 506 ਅਧੀਨ ਕੇਸ ਦਰਜ ਕਰ ਲਿਆ ਹੈ। ਪਰ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਨੇ ਇਹਦੇ ਵਿੱਚ ਸਭ ਤੋਂ ਦੁਖਦਾਈ ਹੁੰਦਾ ਜਦੋਂ ਅਜਿਹੇ ਲੁਟੇਰੇ ਚੋਰ ਨੇ ਜਿਹੜੇ ਉਹ ਪਰਿਵਾਰਕ ਮੈਂਬਰਾਂ ਨੂੰ ਮਾਰ ਕੇ ਹੀ ਚਲੇ ਜਾਂਦੇ ਨੇ, ਜਾਨੋਂ ਮਾਰ ਦਿੰਦੇ ਨੇ। 1-2 ਦਿਨ ਪਹਿਲਾਂ ਇੱਕ ਹੋਰ ਘਟਨਾ ਆਪਾਂ ਦੇਖੀ ਹੈ ਜਿਹਦੇ ਵਿੱਚ ਘਰ ਦੇ ਵਿੱਚ 2 ਬੀਬੀਆਂ ਜਿਹੜੀਆਂ ਉਹ ਮੌਜੂਦ ਸੀਗੀਆਂ ਤੇ ਉਹਨਾਂ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਤੇ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਜਾਨੋਂ ਹੀ ਮਾਰ ਕੇ ਚਲੇ ਜਾਂਦੇ ਨੇ। ਕਈ ਘਰਾਂ ਦੇ ਵਿੱਚ ਬਿਲਕੁਲ ਪਿੱਛੋਂ ਜਿਹੜਾ ਪਾੜ ਲਾ ਲਿਆ ਜਾਂਦਾ ਹੈ ਤੇ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਕਿ ਚੋਰੀ ਕਰਨ ਵਾਲੇ ਜਾਣ ਪਛਾਣ ਵਾਲੇ ਲੋਕ ਹੀ ਹੁੰਦੇ ਨੇ, ਤੁਹਾਡੇ ਪਿੰਡ ਦੇ ਲੋਕ ਹੀ ਹੁੰਦੇ ਨੇ। ਪਿੰਡ ਦੇ ਵਿੱਚੋਂ ਹੀ ਕੋਈ ਨਾ ਕੋਈ ਚੋਰ ਹੁੰਦਾ, ਉਹ ਚੋਰੀ ਕਰਦਾ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ, ਯਾਨੀ ਕਿ ਜਿਹਨੂੰ ਪਤਾ ਹੁੰਦਾ ਵੀ ਤੁਹਾਡੇ ਘਰ ਦੇ ਵਿੱਚ ਕਿੱਥੇ ਕੀ ਸਮਾਨ ਪਿਆ ਹੋਏਗਾ। ਰੇਕੀ ਕਰਦੇ ਹੋਣਗੇ ਪਹਿਲਾਂ, ਫਿਰ ਪਾੜ ਲਾ ਕੇ ਫਿਰ ਅੰਦਰ ਜਿਹੜਾ ਵੜਦੇ ਹੋਣਗੇ। ਇਸੇ ਤਰ੍ਹਾਂ ਦੀ ਖਬਰ ਜਿਹੜੀ ਇੱਕ ਪੁਲਿਸ ਥਾਣੇ ਦੇ ਨਾਲ ਵੀ ਜੁੜੀ ਹੋਈ ਹੈ, ਪਰ ਇਹ ਚੋਰੀ ਦੀ ਖਬਰ ਨਹੀਂ ਹੈ, ਇਹ ਫਰਾਰੀ ਦੀ ਖਬਰ ਹੈ। ਕਹਿੰਦੇ ਨੇ ਦੀਵੇ ਹੇਠ ਹਨੇਰਾ, ਯਾਨੀ ਕਿ ਪੁਲਿਸ ਬਾਹਰ ਨਾਕੇ ਲਾਉਂਦੀ ਰਹਿ ਗਈ ਤੇ 4 ਲੁਟੇਰੇ ਮੋਗਾ ਥਾਣਾ ਸਦਰ ਦੀ ਕੰਧ ਪਾੜ ਕੇ ਫਰਾਰ ਹੋ ਗਏ। ਇਹ ਸਾਰੇ ਜਿਹੜੇ 4 ਦੋਸ਼ੀ ਸੀਗੇ ਲੁੱਟ-ਖੋਹ ਦੀ ਸਾਜ਼ਿਸ਼ ਰਚਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਸੀ। ਮੋਗਾ ਦੇ ਥਾਣਾ ਸਦਰ ਦੀ ਇਹ ਘਟਨਾ ਹੈਗੀ ਹੈ ਤੇ 4 ਪੁਲਿਸ ਸਟੇਸ਼ਨ ਦੀ ਕੰਧ ਨੂੰ ਪਾੜ ਲਾ ਕੇ ਹੀ ਫਰਾਰ ਹੋ ਗਏ ਤੇ ਪੁਲਿਸ ਸੁੱਤੀ ਰਹਿ ਗਈ। ਪੁਲਿਸ ਨੇ ਛੇਤੀ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਆਪਣੀ ਕਿਰਕਰੀ ਹੋਣ ਤੋਂ ਬਾਅਦ। ਹਾਲਾਂਕਿ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡਾਲੇਕੇ ਦੇ ਵਿੱਚ ਟਿਫਨ ਬੰਬ ਬਰਾਮਦ ਹੋਣ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਅਲਰਟ ਜਾਰੀ ਕੀਤਾ ਹੋਇਆ, ਪਰ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਵਾਪਰ ਰਹੀਆਂ ਨੇ।
ਇੱਕ ਜ਼ਰੂਰੀ ਖਬਰ ਉਹਨਾਂ ਲੋਕਾਂ ਨੂੰ ਵੀ ਦੱਸ ਦਿੰਨੇ ਆ ਜਿਹੜੇ ਕਿ ਸਾਉਣ ਦੇ ਮਹੀਨੇ ਦੇ ਵਿੱਚ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਤੋਂ ਪੈਦਲ ਚੱਲ ਕੇ ਜਾਂ ਸਾਈਕਲਾਂ ਤੇ ਜਾਂ ਹੋਰ ਵਾਹਨਾਂ ਤੇ ਹਿਮਾਚਲ ਵੱਲ ਨੂੰ ਜਾਂਦੇ ਨੇ, ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਨੇ। ਇਸ ਮਹੀਨੇ ਦੇ ਵਿੱਚ ਉਹ ਜੇ ਜਾਣਾ ਉਹਨਾਂ ਨੇ ਤਾਂ ਆਪਦੇ ਨਾਲ ਵੈਕਸੀਨੇਸ਼ਨ ਦੀ ਰਿਪੋਰਟ ਜਿਹੜੀ ਉਹ ਲੈ ਕੇ ਜਾਣ, ਵੈਕਸੀਨੇਸ਼ਨ ਸਰਟੀਫਿਕੇਟ ਦੀ ਕਾਪੀ ਲੈ ਕੇ ਜਾਣ ਜਾਂ ਫਿਰ RT-PCR ਦੀ ਨੈਗੇਟਿਵ ਰਿਪੋਰਟ ਲੈ ਕੇ ਜਾਣ, ਕਿਉਂਕਿ ਹਿਮਾਚਲ ਸਰਕਾਰ ਤੁਹਾਨੂੰ ਦਾਖਲ ਨਹੀਂ ਹੋਣ ਦੇ ਰਹੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮੁੜ ਤੋਂ ਇਹ ਜਿਹੜਾ ਹੁਕਮ ਹੈ ਦੁਹਰਾ ਦਿੱਤਾ ਹੈ ਕਿ ਨੈਗੇਟਿਵ ਰਿਪੋਰਟ ਜਾਂ ਦੋਵੇਂ ਟੀਕਿਆਂ ਦਾ ਸਰਟੀਫਿਕੇਟ ਹੈ ਜਿਹੜਾ ਉਹ ਹਿਮਾਚਲ ਦੇ ਵਿੱਚ ਆਉਣ ਲਈ ਲਾਜ਼ਮੀ ਹੈ। ਇਹ ਤਸਵੀਰਾਂ ਨੇ ਜਿਹੜੀਆਂ ਪਿਛਲੇ ਦਿਨੀ ਵੀ ਆਪਾਂ ਦੇਖੀਆਂ ਨੇ, ਜਦੋਂ ਸਰਹੱਦ ਦੇ ਉੱਤੇ ਰੋਕ ਲਿਆ ਗਿਆ ਤਾਂ ਦੇਖਦੇ ਹੀ ਦੇਖੇ ਘੰਟਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਮਾਤਾ ਦੇ ਸ਼ਰਧਾਲੂ ਨੇ ਜਿਹੜੇ ਇਕੱਠੇ ਹੋ ਗਏ ਸੀ। ਤੇ ਜਦੋਂ ਉੱਥੇ ਪ੍ਰਸ਼ਾਸਨ ਨੇ ਮਨਾ ਕਰ ਦਿੱਤਾ, ਪਹਿਲਾਂ ਤਾਂ ਰੌਲਾ ਰੱਪਾ ਪਾਉਂਦੇ ਰਹੇ ਪਰ ਫਿਰ ਵਾਪਸ ਮੁੜਨਾ ਪਿਆ। ਟੋਕੀਓ ਓਲੰਪਿਕਸ ਦੇ ਵਿੱਚ ਕਾਂਸੇ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਰੇ ਖਿਡਾਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਖਿਡਾਰੀਆਂ ਦਾ ਅੰਮ੍ਰਿਤਸਰ ਹਵਾਈ ਅੱਡੇ ਤੇ ਸਵਾਗਤ ਕਰਨ ਦੇ ਲਈ ਸਾਬਕਾ ਹਾਕੀ ਖਿਡਾਰੀ ਤੇ ਓਲੰਪੀਅਨ ਪ੍ਰਗਟ ਸਿੰਘ ਵੀ ਖੁਦ ਪਹੁੰਚੇ ਹੋਏ ਸੀ। ਇਸ ਮੌਕੇ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਰੀ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦੇ ਨਾਲ ਸਨਮਾਨਿਤ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ 1 ਕਰੋੜ ਰੁਪਏ ਦਾ ਇਨਾਮ ਜਿਹੜਾ ਹੈਗਾ ਪੂਰੀ ਟੀਮ ਨੂੰ ਦਿੱਤਾ ਹੈ। ਹਰੇਕ ਖਿਡਾਰੀ ਦੇ ਨਾਮ 5 ਲੱਖ ਰੁਪਏ ਦਾ ਚੈੱਕ ਹੈ ਉਹ ਦਿੱਤਾ ਜਾ ਰਿਹਾ ਹੈ। ਸਨਮਾਨ ਚਿੰਨ੍ਹ ਜਿਹੜੇ ਉਹ ਦਿੱਤੇ ਜਾ ਰਹੇ ਨੇ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ 골ਡ ਪਲੇਟਡ ਮਾਡਲ ਤੇ ਨਾਲ ਸਿਰੋਪਾਓ ਵੀ ਖਿਡਾਰੀਆਂ ਨੂੰ ਦਿੱਤਾ ਗਿਆ। ਉਹਨਾਂ ਨੇ ਜਿਹੜੀ ਅਰਦਾਸ ਕੀਤੀ ਕਿ 2024 ਦੇ ਓਲੰਪਿਕਸ ਦੇ ਵਿੱਚ ਟੀਮ ਹੈ ਜਿਹੜੀ ਉਹ ਸੋਨਾ ਜਿੱਤ ਕੇ ਆਵੇ, 골ਡ ਮੈਡਲ ਜਿੱਤ ਕੇ ਆਵੇ। ਤੇ ਪੁਰਸ਼ ਹਾਕੀ ਟੀਮ ਦੇ ਨਾਲ ਜਿਹੜੀ ਪੰਜਾਬ ਦੀ ਹਾਕੀ ਖਿਡਾਰਨ ਗੁਰਜੀਤ ਕੌਰ ਉਹ ਵੀ ਸ਼ਾਮਲ ਸੀ। ਤੇ ਇਸ ਮੌਕੇ ਖਾਸ ਗੱਲ ਇਹ ਰਹੀ ਕਿ ਸਾਰੇ ਹਾਕੀ ਖਿਡਾਰੀਆਂ ਨੇ ਜਿਹੜੇ ਪੰਜਾਬ ਦੇ ਖਿਡਾਰੀ ਨੇ ਉਹਨਾਂ ਸਾਰਿਆਂ ਨੇ ਸਿਰ ਦੇ ਉੱਤੇ ਦਸਤਾਰਾਂ ਸਜਾਈਆਂ ਹੋਈਆਂ ਸੀ, ਗਲਾਂ ਦੇ ਵਿੱਚ ਆਪਣੇ ਕਾਂਸੇ ਦੇ ਮੈਡਲ ਪਾਏ ਹੋਏ ਸੀ ਅਤੇ ਹਾਕੀ ਟੀਮ ਦੀ ਜਿਹੜੀ ਵਰਦੀ ਹੈ ਉਹ ਵੀ ਪਾਈ ਹੋਈ ਸੀ। ਇਸ ਮੌਕੇ SGPC ਦੇ ਮੁਲਾਜ਼ਮ ਹੋਣ ਜਾਂ ਫਿਰ ਜਿਹੜੇ ਸ਼ਰਧਾਲੂ ਹੋਣ ਉਹ ਬਹੁਤ ਉਤਸੁਕ ਸਨ ਆਪਣੇ ਦੇਸ਼ ਦੇ ਇਹਨਾਂ ਖਿਡਾਰੀਆਂ ਨੂੰ ਦੇਖ ਕੇ ਤੇ ਸਾਰੇ ਇਹਨਾਂ ਖਿਡਾਰੀਆਂ ਦੇ ਨਾਲ ਤਸਵੀਰਾਂ ਖਿਚਾ ਰਹੇ ਸੀ, ਸੈਲਫੀਆਂ ਲੈ ਰਹੇ ਸੀ ਤੇ ਮਾਹੌਲ ਹੈ ਜਿਹੜਾ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ NOC ਦੀ ਲੋੜ ਨੂੰ ਖਤਮ ਕਰਨ ਦੇ ਫੈਸਲੇ ਨੂੰ ਵੱਡਾ ਝਟਕਾ ਲੱਗਿਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਨੇ ਮੁੜ ਰਜਿਸਟਰੀ ਦੇ ਲਈ NOC ਨੂੰ ਲਾਗੂ ਕਰ ਦਿੱਤਾ, ਜਿਸ ਨਾਲ ਪੰਜਾਬ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ। ਪੰਜਾਬ ਸਰਕਾਰ ਨੇ 12 ਦਸੰਬਰ 2019 ਨੂੰ ਗੈਰ ਕਾਨੂੰਨੀ ਕਲੋਨੀਆਂ ਦੀ ਰਜਿਸਟਰੀ ਲਈ NOC ਦੀ ਲੋੜ ਨੂੰ ਖਤਮ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਜਿਸ ਨੂੰ ਇੱਕ ਜਨਹਿਤ ਪਟੀਸ਼ਨ ਦੇ ਰਾਹੀਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਸੰਸਦ ਦੇ ਮੌਨਸੂਨ ਸੈਸ਼ਨ ਦੇ ਲਈ 13 ਅਗਸਤ ਤੱਕ ਚੱਲਣ ਵਾਲੀ ਲੋਕ ਸਭਾ ਨੂੰ 11 ਅਗਸਤ ਨੂੰ ਹੀ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਪੈਗਾਸਸ ਜਾਸੂਸੀ ਅਤੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਮੇਤ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਪੂਰੇ ਦਾ ਪੂਰਾ ਸੈਸ਼ਨ ਪ੍ਰਭਾਵਿਤ ਰਿਹਾ। ਹਾਲਾਂਕਿ ਸਰਕਾਰ ਨੇ ਕਈ ਬਿੱਲ ਪਾਸ ਜ਼ਰੂਰ ਕਰਵਾ ਲਏ ਪਰ 22% ਕੰਮ ਹੀ ਹੋ ਸਕਿਆ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਜਦੋਂ ਸਵੇਰੇ ਕਾਰਵਾਈ ਸ਼ੁਰੂ ਕੀਤੀ ਬੁੱਧਵਾਰ ਨੂੰ ਤਾਂ ਦੱਸਿਆ ਕਿ 17ਵੀਂ ਲੋਕ ਸਭਾ ਦੀ 6ਵੀਂ ਬੈਠਕ 19 ਜੁਲਾਈ ਨੂੰ ਸ਼ੁਰੂ ਹੋਈ। ਇਸ ਦੌਰਾਨ 17 ਬੈਠਕਾਂ ਦੇ ਵਿੱਚ 21 ਘੰਟੇ 14 ਮਿੰਟ ਹੀ ਕੰਮ ਕੀਤਾ ਗਿਆ। ਸਪੀਕਰ ਓਮ ਬਿਰਲਾ ਨੇ ਇਸ ਗੱਲ ਨੂੰ ਲੈ ਕੇ ਦੁੱਖ ਪ੍ਰਗਟ ਵੀ ਕੀਤਾ ਕਿ ਸਦਨ ਦੇ ਵਿੱਚ ਇੱਛਾ ਦੇ ਮੁਤਾਬਿਕ, ਆਸ ਦੇ ਮੁਤਾਬਿਕ ਕੰਮਕਾਜ ਨਹੀਂ ਹੋ ਸਕਿਆ। ਵੇਲ ਦੇ ਵਿੱਚ ਪੋਸਟਰ ਲੈ ਕੇ ਪਹੁੰਚਣ ਅਤੇ ਨਾਅਰੇਬਾਜ਼ੀ ਵਰਗੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਸੰਸਦ ਦੀ ਪਰੰਪਰਾ ਦੇ ਅਨੁਕੂਲ ਨਹੀਂ ਹੈ। ਅਪੀਲ ਵੀ ਕੀਤੀ ਸਾਰੇ MPs ਨੂੰ ਕਿ ਅਜਿਹਾ ਨਾ ਕਰੋ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤਰਕ ਦੇ ਨਾਲ ਆਪਣੀ ਗੱਲ ਕਰੋ। ਇਸ ਦਰਮਿਆਨ ਲੋਕ ਸਭਾ ਦੇ ਬਾਹਰ ਮੁੜ ਤੋਂ ਪੰਜਾਬ ਦੇ ਜਿਹੜੇ ਸਾਰੇ ਸਾਂਸਦ ਹੈਗੇ ਨੇ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕੀਤਾ, ਆਪਣਾ ਵਿਰੋਧ ਜ਼ਾਹਿਰ ਕੀਤਾ, ਜਿਸ ਦੇ ਵਿੱਚ ਕੇਂਦਰੀ ਮੰਤਰੀ, ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ MP ਹਰਸਿਮਰਤ ਕੌਰ ਬਾਦਲ ਸਮੇਤ ਹੋਰ ਸਾਰੇ ਪੰਜਾਬ ਦੇ MP ਸ਼ਾਮਲ ਸਨ। ਤੇ ਸੁਣਨ ਦੇ ਵਿੱਚ ਆਇਆ ਹੈ ਜਾਂ ਆਪਾਂ ਜੇ ਦੇਖ ਲਈਏ ਹਾਜ਼ਰੀ ਤਾਂ ਹਰਸਿਮਰਤ ਕੌਰ ਬਾਦਲ ਉਹ MP ਹਨ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਕਿਸਾਨ ਹੈਗੇ ਨੇ, ਸੰਯੁਕਤ ਕਿਸਾਨ ਮੋਰਚੇ ਨੇ ਜੋ ਵਿਪ ਜਾਰੀ ਕੀਤੀ ਸੀ ਉਸ ਦੀ ਪੂਰੀ ਪਾਲਣਾ ਕਰਦਿਆਂ ਹੋਇਆਂ 100% ਦੀ ਹਾਜ਼ਰੀ ਲੋਕ ਸਭਾ ਦੇ ਵਿੱਚ ਲਵਾਈ ਹੈ। ਤੇ ਹਰਸਿਮਰਤ ਬਾਦਲ ਦੇ ਸਮੇਤ ਹੋਰ ਵੀ ਕਈ MP ਨੇ ਜਿਹੜੇ 100% ਹਾਜ਼ਰ ਰਹੇ ਨੇ। ਜੇ ਆਪਾਂ ਰਾਜ ਸਭਾ ਦੀ ਗੱਲ ਕਰ ਲਈਏ ਤਾਂ ਰਾਜ ਸਭਾ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੀ ਪਛਾਣ ਕਰਨ ਤੇ ਸੂਚੀਬੱਧ ਕਰਨ ਦੇ ਅਧਿਕਾਰ ਨੂੰ ਬਹਾਲ ਕਰਨ ਵਾਲੇ ਸੰਵਿਧਾਨ 127ਵੇਂ ਸੋਧ ਬਿੱਲ 2021 ਨੂੰ ਚਰਚਾ ਅਤੇ ਪਾਸ ਹੋਣ ਦੇ ਲਈ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਗਿਆ।
ਤੇ ਇਸ ਦਾ ਪਾਸ ਹੋਣਾ ਪੂਰੀ ਤਰ੍ਹਾਂ ਦੇ ਨਾਲ ਤੈਅ ਹੈ, ਕਿਉਂਕਿ OBC ਬਿੱਲ ਹੈਗਾ ਜਿਹੜਾ ਉਸ ਨੂੰ ਸਾਰੀਆਂ ਵਿਰੋਧੀ ਧਿਰਾਂ ਨੇ ਵੀ ਹਮਾਇਤ ਦਿੱਤੀ ਹੈ। ਰਾਜ ਸਭਾ ਦੇ ਸਪੀਕਰ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੀ ਭਾਵੁਕ ਹੋ ਗਏ ਸੀ। ਉਹਨਾਂ ਨੇ ਕਿਹਾ ਕਿ ਰਾਤ ਭਰ ਮੈਂ ਸੌਂ ਨਹੀਂ ਸਕਿਆ। ਮੰਗਲਵਾਰ ਨੂੰ ਹੋਏ ਹੰਗਾਮੇ ਤੋਂ ਬੇਹੱਦ ਨਾਰਾਜ਼ ਦਿਖੇ ਸਪੀਕਰ ਨੇ ਕਿਹਾ ਕਿ ਮੈਂ ਨਿੰਦਾ ਕਰਦਾ ਹਾਂ ਤੇ ਕੱਲ ਕੁਝ ਮੈਂਬਰਾਂ ਨੇ ਟੇਬਲ ਤੇ ਜੋ ਚੜ ਕੇ ਜਿਸ ਤਰ੍ਹਾਂ ਹੰਗਾਮਾ ਕੀਤਾ ਉਸ ਤੋਂ ਮੈਂ ਬਹੁਤ ਦੁਖੀ ਹਾਂ, ਬੇਹੱਦ ਭਾਵੁਕ ਨਜ਼ਰ ਆਏ। ਨਾਇਡੂ ਨੇ ਕਿਹਾ ਕਿ ਮੈਂ ਰਾਤ ਭਰ ਸੌਂ ਨਹੀਂ ਸਕਿਆ। ਮੰਗਲਵਾਰ ਨੂੰ ਕਾਂਗਰਸ ਸਾਂਸਦ ਪ੍ਰਤਾਪ ਸਿੰਘ ਬਾਜਵਾ ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਮੇਜ਼ ਤੇ ਚੜ ਗਏ ਸੀ ਤੇ ਬਾਜਵਾ ਨੇ ਰੂਲ ਬੁੱਕ ਹੈ ਜਿਹੜੀ ਉਹ ਚੇਅਰ ਤੇ ਸੁੱਟ ਦਿੱਤੀ ਸੀ। ਰਾਜ ਸਭਾ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵਤੀਰੇ ਦੀ ਤੁਲਨਾ 26 ਜਨਵਰੀ ਨੂੰ ਲਾਲ ਕਿਲੇ ਤੇ ਹੋਈ ਘਟਨਾ ਨਾਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਫਾਈਲ ਸਦਨ ਦੀ ਚੇਅਰ ਵੱਲ ਸੁੱਟਣੀ ਸ਼ਰਮਨਾਕ ਘਟਨਾ ਹੈ। ਲੋਕ ਸਭਾ ਤੇ ਰਾਜ ਸਭਾ ਦੇ ਕੰਮ 'ਚ ਵਿਘਨ ਪਾਉਣ ਲਈ ਕਾਂਗਰਸ ਤੇ ਵਿਰੋਧੀ ਪਾਰਟੀਆਂ ਦੀ ਤਿੱਖੀ ਆਲੋਚਨਾ ਵੀ ਕੀਤੀ ਅਨੁਰਾਗ ਠਾਕੁਰ ਨੇ ਤੇ ਜਿਹੜੀ 26 ਜਨਵਰੀ ਤੇ ਲਾਲ ਕਿਲੇ ਦੇ ਨਾਲ ਹੋਈ ਘਟਨਾ ਦੇ ਨਾਲ ਤੁਲਨਾ ਕੀਤੀ ਹੈ, ਇਸ ਦੀ ਕੋਈ ਤੁਕ ਸ਼ਾਇਦ ਕਈ ਲੋਕਾਂ ਨੂੰ ਸਮਝ ਨਹੀਂ ਆਉਣੀ। ਇਸੇ ਦਰਮਿਆਨ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਰਾਜ ਸਭਾ ਦੇ ਵਿੱਚ ਮੈਂ ਜੋ ਕੀਤਾ ਉਹ ਮਹਿਜ਼ ਇੱਕ ਪ੍ਰਤੀਕਰਮ ਸੀ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਹੀ ਇਹ ਵਿਰੋਧ ਕੀਤਾ ਹੈ, ਸਾਡੇ ਕਿਸਾਨਾਂ ਦੇ ਲਈ ਵਿਰੋਧ ਕੀਤਾ ਹੈ, ਆਪਣੇ ਲਈ ਕੀਤਾ ਹੈ ਕਿਉਂਕਿ ਮੈਂ ਵੀ ਕਿਸਾਨ ਦਾ ਪੁੱਤਰ ਹਾਂ। ਇਸ ਦਰਮਿਆਨ ਕਾਂਗਰਸ, DMK ਅਤੇ ਤ੍ਰਿਣਮੂਲ ਕਾਂਗਰਸ ਸਮੇਤ 14 ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਖਿਲਾਫ ਰਣਨੀਤੀ ਘੜਨ ਦੇ ਲਈ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਮਲਿਕਾਰਜੁਨ ਖੜਗੇ ਵੀ ਸ਼ਾਮਿਲ ਹੋਏ। ਇਹਨਾਂ ਦੇ ਚੈਂਬਰ ਦੇ ਵਿੱਚ ਹੀ ਮੀਟਿੰਗ ਹੋਈ। ਰਾਹੁਲ ਗਾਂਧੀ ਵੀ ਹਾਜ਼ਰ ਸਨ ਅਤੇ ਹੋਰ ਵੀ ਵੱਡੇ ਜਿਹੜੇ ਲੀਡਰ ਨੇ ਉਹ ਹਾਜ਼ਰ ਸਨ। ਕਾਂਗਰਸ ਤੇ ਅਕਾਲੀ ਦਲ ਦੇ ਪੰਜਾਬ ਤੋਂ ਸੰਸਦ ਮੈਂਬਰਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਦੇ ਸਮਰਥਨ ਦੇ ਵਿੱਚ ਸੰਸਦ ਕੰਪਲੈਕਸ ਦੇ ਵਿੱਚ ਵੀ ਰੋਸ ਮੁਜ਼ਾਹਰਾ ਕੀਤਾ। ਪੈਗਾਸਸ ਲਿਸਟ ਦੇ ਵਿੱਚ ਪੰਜਾਬ ਦੇ 2 ਵਕੀਲਾਂ ਦੇ ਵੀ ਨਾਮ ਨੇ, ਜਸਪਾਲ ਸਿੰਘ ਮੰਝਪੁਰ ਅਤੇ ਜਗਦੀਪ ਸਿੰਘ ਰੰਧਾਵਾ। ਇਹਨਾਂ ਦੋਵਾਂ ਦੇ ਨਾਮ ਕਿਉਂ ਇਸ ਸੂਚੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਜਿਹੜੀ ਕਿ ਭਾਰਤੀ ਸਿਆਸਤ ਦੇ ਵਿੱਚ ਹੰਗਾਮਾ ਮਚਾ ਰਹੀ ਹੈ। ਵਕੀਲ ਜਗਦੀਪ ਸਿੰਘ ਰੰਧਾਵਾ ਨੇ ਆਪਣੇ ਫੋਨ ਟੈਪ ਹੋਣ ਦੇ ਦਾਅਵਿਆਂ ਬਾਰੇ ਕਿਹਾ ਕਿ ਸਰਕਾਰਾਂ ਨੇ ਜਿਹੜੀਆਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਕਰਦੀਆਂ ਆ ਰਹੀਆਂ ਨੇ। ਮੈਨੂੰ ਤਾਂ ਉਸ ਵਕਤ ਪਤਾ ਲੱਗਿਆ ਜਦੋਂ ਮੇਰੇ ਫੋਨ ਤੇ ਦ ਵਾਇਰ ਤੋਂ ਫੋਨ ਆਇਆ। ਉਹਨਾਂ ਨੇ ਦੱਸਿਆ ਕਿ ਤੁਹਾਡਾ ਫੋਨ ਟੈਪ ਹੋ ਰਿਹਾ ਹੈ, ਅਸੀਂ ਇਸ ਦੀ ਫੋਰੈਂਸਿਕ ਜਾਂਚ ਕਰਵਾਉਣਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਕਹਿੰਦੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਕਈ ਵਾਰੀ ਕਹਿੰਦੇ ਮੇਰੇ ਫੋਨ ਤੇ ਮੈਸੇਜ ਆਉਂਦਾ ਸੀ ਕਿ ਤੁਹਾਡਾ ਫੋਨ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੈਨੂੰ ਲੱਗਦਾ ਸੀ ਕਿ ਕੋਈ ਪ੍ਰਮੋਸ਼ਨਲ ਸੁਨੇਹਾ ਹੈਗਾ। ਉਸ ਤੋਂ ਬਾਅਦ ਫੋਨ ਟੈਪ ਹੋਣ ਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਤਾਂ ਉਹਨਾਂ ਕਿਹਾ ਕਿ ਮੈਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਜਨੇਵਾ ਕਨਵੈਨਸ਼ਨ ਦੀ ਉਲੰਘਣਾ ਬਾਰੇ ਕੇਸ ਦਾਇਰ ਕੀਤਾ ਸੀ। ਤੇ ਦੂਸਰਾ ਬੀਬੀ ਪਰਮਜੀਤ ਕੌਰ ਖਾਲੜਾ ਜਿਨ੍ਹਾਂ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜੀ ਸੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਨੇ। ਉਹਨਾਂ ਦੇ ਇਲੈਕਸ਼ਨ ਦੇ ਵਿੱਚ ਮੈਂ ਇਲੈਕਸ਼ਨ ਏਜੰਟ ਸੀ। ਪਰਮਜੀਤ ਕੌਰ ਖਾਲੜਾ ਵੱਲੋਂ ਬੈਠਕਾਂ ਦੇ ਵਿੱਚ ਮੈਂ ਸ਼ਾਮਿਲ ਹੁੰਦਾ ਸੀ ਤੇ ਬਾਕੀ ਮਨੁੱਖੀ ਹੱਕਾਂ ਦੀ ਕਥਿਤ ਉਲੰਘਣਾ ਵਾਲੇ ਕੇਸ ਨੇ ਜਿਹੜੇ ਉਹ ਵੀ ਚੱਲ ਰਹੇ ਨੇ ਜਿਨ੍ਹਾਂ ਦੀ ਮੈਂ ਪੈਰਵਾਈ ਕਰ ਰਿਹਾ। ਜਸਪਾਲ ਸਿੰਘ ਮੰਝਪੁਰ ਨੇ ਵੀ ਦੱਸਿਆ ਕਿ ਮੈਨੂੰ ਵੀ ਦਵਾਇਰ ਨੇ ਜਾਣਕਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਮੈਨੂੰ ਕੋਈ ਜਾਣਕਾਰੀ ਨਹੀਂ ਸੀ, ਪਰ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਮਨੁੱਖੀ ਹੱਕਾਂ ਦੇ ਕਾਰਕੁਨ ਵਜੋਂ ਕੰਮ ਕਰਦਾ ਉਸ ਕਰਕੇ ਪਿਛਲੇ 10 ਕੁ ਸਾਲਾਂ ਤੋਂ ਮੇਰੇ ਤੇ ਸਰਕਾਰ ਨੇ ਨਿਗਾਹ ਰੱਖੀ ਹੋਈ ਸੀ ਤੇ ਜਿਹੜੇ ਅੱਤਵਾਦੀਆਂ ਧਾਰਾਵਾਂ ਦੇ ਨਾਲ ਜੁੜੇ ਹੋਏ ਕੇਸ, ਖਾਸ ਤੌਰ ਤੇ ਟਾਡਾ ਜਾਂ ਫਿਰ ਅਨਲੌਫੁਲ ਐਕਟੀਵਿਟੀ ਜਾਂ ਸਟੇਟ ਦੇ ਖਿਲਾਫ ਕੇਸ, ਜਗਤਾਰ ਸਿੰਘ ਹਵਾਰਾ, ਜੱਗੀ ਜੌਲ ਦੇ ਕੇਸ ਜਿਨ੍ਹਾਂ ਨੂੰ ਮੈਂ 2011 ਤੋਂ ਦੇਖਦਾ ਆ ਰਿਹਾ, ਇਸ ਕਰਕੇ ਮੈਂ ਸਰਕਾਰ ਦੀ ਨਿਗਰਾਨੀ ਹੇਠ ਹਾਂ। 1-2 ਵਾਰੀ ਕਹਿੰਦੇ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੇ ਮੈਨੂੰ ਦਿੱਲੀ ਵੀ ਬੁਲਾਇਆ ਤੇ ਦੱਸਿਆ ਕਿ ਤੁਸੀਂ ਉੱਚ ਪੱਧਰੀ ਨਿਗਰਾਨੀ ਹੇਠ ਹੋ। ਵਕੀਲ ਮੰਝਪੁਰ ਨੇ ਕਿਹਾ ਕਿ ਇਹ ਨਿੱਜਤਾ ਦਾ ਜਿਹੜਾ ਆਰਟੀਕਲ ਹੈ, ਆਰਟੀਕਲ 21, ਉਹਦੀ ਉਲੰਘਣਾ ਹੈ, ਪਰ ਮੈਂ ਨਿੱਜੀ ਤੌਰ ਤੇ ਕੁਝ ਨਹੀਂ ਸੋਚਿਆ। ਗਰੁੱਪ ਜਾਂ ਸਮੂਹਿਕ ਤੌਰ ਤੇ ਵਿਚਾਰ ਵਟਾਂਦਰਾ ਕਰਕੇ ਇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਕਿ ਸਰਕਾਰਾਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ। ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਕੋਰੋਨਾ ਦੀ ਦੂਸਰੀ ਲਹਿਰ ਦੇ ਵਿੱਚ ਆਕਸੀਜਨ ਦੀ ਕਮੀ ਦੇ ਨਾਲ ਸਿਰਫ 1 ਮੌਤ ਹੋਈ ਹੈ ਜੋ ਕਿ ਇੱਕ ਸੂਬੇ ਦੇ ਵੱਲੋਂ ਰਿਪੋਰਟ ਕੀਤੀ ਗਈ ਹੈ, ਪਰ ਉਸ ਸੂਬੇ ਦਾ ਨਾਮ ਨਹੀਂ ਦੱਸਿਆ ਗਿਆ। ਸਿਹਤ ਮੰਤਰਾਲੇ ਦੇ ਵਿੱਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸੂਬਿਆਂ ਨੂੰ ਅਸੀਂ ਪੁੱਛਿਆ ਸੀ, ਸਰਕਾਰ ਨੇ ਪੁੱਛਿਆ ਸੀ ਕਿ ਤੁਹਾਡੇ ਸੂਬੇ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਆਕਸੀਜਨ ਦੀ ਕਮੀ ਦੇ ਨਾਲ। ਕਿਸੇ ਵੀ ਸੂਬੇ ਨੇ ਜਿਹੜਾ ਹੈਗਾ ਹਾਂ ਦੇ ਵਿੱਚ ਉੱਤਰ ਨਹੀਂ ਦਿੱਤਾ ਹੈ। ਸਿਰਫ ਇੱਕ ਸੂਬੇ ਦੇ ਵਿੱਚ ਮੌਤ ਹੋਈ है, वो भी शक्की मौत है, पर उस सूबे का नाम नहीं दस्या। राजू से यह सवाल पूछा गया था कि ऑक्सीजन से संबंधित आपके यहाँ कोई डेथ है। जब पार्लियामेंट में क्वेश्चन आया तो स्पेसिफिक वे में भी उनसे पूछा गया था और हमें अब तक जो रिपोर्ट आई है उसमें एक राज्य से सस्पेक्ट के बारे में बताया गया। अभी तक किसी राज्य से जिनसे भी हमें रिपोर्ट आई है उन्होंने यह नहीं बताया कि ऑक्सीजन रिलेटेड कोई डेथ उन्होंने स्पेसिफिकली रिपोर्ट की है।
ਪੰਜਾਬ ਦੇ ਵਿੱਚ ਹੁਣ ਤੁਸੀਂ ਸੂਚਨਾ ਦੇ ਅਧਿਕਾਰ ਦੀ ਬਹੁਤ ਖੁੱਲੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਸੂਚਨਾ ਦੇ ਅਧਿਕਾਰ ਦੇ ਵਿੱਚੋਂ ਬਹੁਤ ਸਾਰੀਆਂ ਮੱਦਾਂ ਨੂੰ ਹਟਾ ਦਿੱਤਾ ਗਿਆ, ਬਹੁਤ ਸਾਰੇ ਵਿਭਾਗਾਂ ਨੂੰ ਹਟਾ ਦਿੱਤਾ ਗਿਆ। ਕੈਪਟਨ ਸਰਕਾਰ ਦੇ ਵੱਲੋਂ ਦਾਇਰਾ ਬਹੁਤ ਛੋਟਾ ਕਰ ਦਿੱਤਾ ਗਿਆ। ਨਿੱਜਤਾ ਦਾ ਹਵਾਲਾ ਦਿੰਦੇ ਹੋਏ, ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਹੁਣ ਨਾ ਹੀ ਤਾਂ ਤੁਸੀਂ ਕਿਸੇ ਵੀ ਵਿਅਕਤੀ ਦੀ ਪੇਸ਼ੇਵਰ ਜਾਣਕਾਰੀ ਦੇ ਨਾਲ ਸੰਬੰਧਿਤ ਰਿਕਾਰਡ ਪਤਾ ਕਰ ਸਕਦੇ ਹੋ, ਨਾ ਉਹਦੀ ਯੋਗਤਾ, ਨਾ ਮੈਡੀਕਲ ਰਿਕਾਰਡ, ਨਾ ਇਲਾਜ, ਨਾ ਦਵਾਈਆਂ, ਹਸਪਤਾਲਾਂ ਦੀ ਸੂਚੀ, ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਜਾਂ ਅੱਗੇ ਪਰਿਵਾਰਕ ਮੈਂਬਰਾਂ ਦੇ ਅਗਲੇ ਮੈਂਬਰਾਂ ਦੀ ਜਾਣਕਾਰੀ ਕੁਝ ਵੀ ਹਾਸਲ ਨਹੀਂ ਕਰ ਸਕਦੇ। ਸਰਕਾਰ ਦੀਆਂ ਸਾਲਾਨਾ ਗੁਪਤ ਰਿਪੋਰਟਾਂ, ਪਰਫਾਰਮੈਂਸ ਰਿਪੋਰਟ, ਪ੍ਰੀਖਿਆ ਦੀ ਉੱਤਰ ਪੱਤਰੀ ਵੀ ਹੁਣ ਸੂਚਨਾ ਅਧਿਕਾਰ ਕਾਨੂੰਨ ਤਹਿਤ ਨਹੀਂ ਤੁਸੀਂ ਹਾਸਲ ਕਰ ਸਕਦੇ ਤੇ ਇਹਦੇ ਨਾਲ ਸਿੱਧੇ ਤੌਰ ਤੇ ਜਿਹੜੇ ਸਰਕਾਰੀ ਮੰਤਰੀ ਅਤੇ ਜਿਹੜੇ ਪ੍ਰਸ਼ਾਸਕੀ ਅਧਿਕਾਰੀ ਨੇ ਉਹਨਾਂ ਨੂੰ ਹੀ ਫਾਇਦਾ ਹੋਵੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਰਟੀਆਈ ਐਕਟ ਦੇ ਤਹਿਤ ਹੀ ਜਿਹੜੇ ਲੀਡਰ ਵਿਦੇਸ਼ਾਂ ਦੇ ਵਿੱਚ ਇਲਾਜ ਕਰਵਾਉਣ ਜਾਂਦੇ ਨੇ ਉਹਨਾਂ ਦੇ ਮੈਡੀਕਲ ਦੇ ਬਿੱਲ ਕਿੰਨੇ ਬਣਦੇ ਨੇ, ਅਜਿਹੀਆਂ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਇਸ ਐਕਟ ਦੇ ਤਹਿਤ ਹੀ ਬਾਹਰ ਆਈਆਂ ਸੀ ਪਰ ਹੁਣ ਤੁਸੀਂ ਨਹੀਂ ਕਰ ਸਕਦੇ। ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਤੋਂ ਇੱਕ ਖਬਰ ਹੈ ਜਿੱਥੇ ਮਾਹੌਲ ਉਸ ਵਕਤ ਗਮਗੀਨ ਹੋ ਗਿਆ ਜਦੋਂ ਮਲੇਸ਼ੀਆ ਦੇ ਵਿੱਚ ਕਰੋਨਾ ਕਾਰਨ ਜਾਨ ਗਵਾਉਣ ਵਾਲੇ ਇੱਕ ਨੌਜਵਾਨ ਦੀ ਮਾਂ ਅਤੇ ਉਸਦੀ ਭੈਣ ਸਣੇ ਪਵਿੱਤਰ ਕਾਲੀ ਵੇਈ ਨਦੀ ਸੁਲਤਾਨਪੁਰ ਲੋਧੀ ਦੇ ਵਿੱਚ ਦੋਵਾਂ ਨੇ ਛਾਲ ਮਾਰ ਦਿੱਤੀ। ਗਮ ਦੇ ਵਿੱਚ ਡੁੱਬ ਕੇ ਮਾਂ ਨੇ ਅਜਿਹਾ ਕਦਮ ਚੁੱਕਿਆ ਤੇ ਮਾਂ ਦੇ ਨਾਲ ਧੀ ਨੇ ਵੀ ਛਾਲ ਮਾਰ ਦਿੱਤੀ। ਦੋਵੇਂ ਮਾਵਾਂ ਧੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਬੇਰ ਸਾਹਿਬ ਸੁਲਤਾਨਪੁਰ ਲੋਧੀ ਮੱਥਾ ਟੇਕਣ ਆਈਆਂ ਤੇ ਸੁਲਤਾਨਪੁਰ ਲੋਧੀ ਦੇ ਨਾਲ ਹੀ ਕਾਲੀ ਵੇਈ ਨਦੀ ਹੈ ਜਿਹੜੀ ਇਤਿਹਾਸਿਕ ਜਿਹੜੀ ਇਹ ਨਦੀ ਹੈਗੀ ਉਹ ਵਗਦੀ ਹੈ, ਉਹਦੇ ਵਿੱਚ ਇਹਨਾਂ ਨੇ ਛਾਲ ਮਾਰ ਦਿੱਤੀ ਮਾਵਾਂ ਧੀਆਂ ਨੇ। ਪਰ ਇੱਥੇ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਜਿਹੜਾ ਡੇਰਾ ਮੌਜੂਦ ਹੈ ਉੱਥੋਂ ਦੇ ਸੇਵਾਦਾਰਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਇਸ ਪਵਿੱਤਰ ਵੇਈ ਨਦੀ ਦੇ ਵਿੱਚੋਂ ਸੁਰੱਖਿਅਤ ਦੋਵੇਂ ਮਾਵਾਂ ਧੀਆਂ ਨੂੰ ਬਾਹਰ ਕੱਢ ਲਿਆ। ਦੋਵੇਂ ਮਾਵਾਂ ਧੀਆਂ ਪਿੰਡ ਠੱਟਾ ਨਵਾਂ ਦੀਆਂ ਰਹਿਣ ਵਾਲੀਆਂ ਨੇ। ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ ਜੁੜੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਹੜਤਾਲਾਂ ਕੀਤੀਆਂ ਜਾ ਰਹੀਆਂ ਨੇ, ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਮੋਹਾਲੀ ਦੇ ਵਿੱਚ ਕੱਚੇ ਅਧਿਆਪਕਾਂ ਦਾ ਰੋਸ ਮੁਜ਼ਾਹਰਾ ਵੀ ਲਗਾਤਾਰ ਜਾਰੀ ਹੈ, ਪੱਕਾ ਧਰਨਾ ਇੱਥੇ ਜਾਰੀ ਹੈ ਪਰ ਹਾਲੇ ਤੱਕ ਸਰਕਾਰ ਨੇ ਕੋਈ ਵੀ ਜਿਹੜਾ ਹੱਲ ਹੈ ਉਹ ਨਹੀਂ ਕੱਢਿਆ। ਡਾਕਟਰ ਵੀ ਜਿਹੜਾ ਸਮੇਂ-ਸਮੇਂ ਦੇ ਉੱਤੇ ਆਪਣੀ ਹੜਤਾਲ ਕਰ ਰਹੇ ਨੇ ਤੇ ਪਟਵਾਰ ਯੂਨੀਅਨ ਨੇ ਵੀ ਪੰਜਾਬ ਦੇ ਵਿੱਚ ਹੜਤਾਲ ਕਰ ਰੱਖੀ ਹੈ। ਪਟਵਾਰੀਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਤੋਂ ਬਾਅਦ ਪੂਰੇ ਪੰਜਾਬ ਦੇ ਪਟਵਾਰਖਾਨਿਆਂ ਨੂੰ ਜਿੰਦੇ ਨੇ ਜਿਹੜੇ ਉਹ ਲਟਕ ਰਹੇ ਨੇ। ਖਾਲੀ ਅਸਾਮੀਆਂ ਭਰਨ ਦੀ ਮੰਗ ਹੈ ਜਿਹੜੀ ਉਹ ਪਟਵਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਪਟਵਾਰੀ ਤੇ ਕਾਨੂੰਗੋ ਇਹ ਸਮੂਹਿਕ ਛੁੱਟੀ ਦੇ ਉੱਤੇ ਚੱਲ ਰਹੇ ਨੇ। 13 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਪਟਵਾਰੀਆਂ ਦੇ ਵੱਲੋਂ ਕੀਤੇ ਜਾਣਗੇ। ਇਸ ਦੇ ਨਾਲ ਹੀ ਮਾਨਸਾ ਦੀਆਂ ਜਿਹੜੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਪਟਵਾਰ ਯੂਨੀਅਨ ਦੇ ਵੱਲੋਂ ਹੜਤਾਲ ਕੀਤੇ ਜਾਣ ਤੋਂ ਬਾਅਦ ਇਹ ਜਿਹੜੇ ਜਿੰਦਰੇ ਤੁਸੀਂ ਦੇਖ ਸਕਦੇ ਹੋ ਪਟਵਾਰਖਾਨਿਆਂ ਨੂੰ ਲੱਗੇ ਹੋਏ ਨੇ। ਜਿਹੜੀ ਪਟਵਾਰੀਆਂ ਦੀ ਭਰਤੀ ਹੈ ਉਹ ਘੱਟੋ ਘੱਟ 3000 ਕੀਤੀ ਜਾਵੇ ਕਿਉਂਕਿ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਹੀ ਟੋਟਲ ਪੋਸਟਾਂ ਜਿਹੜੀਆਂ ਬਹੁਤ ਖਾਲੀ ਪਈਆਂ। ਦੂਜੇ ਜਿਹੜੇ ਪਟਵਾਰੀ ਨੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਵਾਧੂ ਬੋਝ ਸਰਕਾਰ ਵੱਲੋਂ ਪਾਇਆ ਗਿਆ। ਸਾਡੀ ਮੇਨ ਮੰਗ ਤਾਂ ਇਹੀ ਹੈ ਜੀ ਵੀ ਜਿੰਨਾ ਚਿਰ ਨਵੀਂ ਭਰਤੀ 3000 ਤੱਕ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਅਸੀਂ ਪੰਜਾਬ ਵਾਡੀ ਦੇ ਜਿਹੜਾ ਤਾਲਮੇਲ ਕਮੇਟੀ ਸਾਡੀ ਬਣੀ ਹੈ ਉਹਦੇ ਆਦੇਸ਼ ਅਨੁਸਾਰ 9 ਤੋਂ 12 ਤੱਕ ਅਸੀਂ ਛੁੱਟੀ ਦੇ ਹਾਂ। 13 ਤਰੀਕ ਨੂੰ ਸਾਡਾ ਜ਼ਿਲ੍ਹਾ ਪੱਧਰੀ ਧਰਨਾ ਹੈਗਾ। ਉਸ ਤੋਂ ਬਾਅਦ ਜੋ ਵੀ ਪੰਜਾਬ ਵਾਡੀ ਸਾਨੂੰ ਆਦੇਸ਼ ਦੇਊਗੀ ਅਸੀਂ ਉਹ 'ਤੇ ਫੁੱਲ ਚੜਾਵਾਂਗੇ। ਉਹਨਾਂ ਚਿਰ ਸਾਡੀ ਜਿਹੜੀ ਇਹ ਸਟ੍ਰਾਈਕ ਹੈ ਬਿਲਕੁਲ ਕਾਇਮ ਹੈਗੀ। ਪਰਿਵਾਰਖਾਨਿਆਂ ਨੂੰ ਅਸੀਂ ਯੂਨੀਅਨ ਵੱਲੋਂ ਜਿੰਦੇ ਲਾਏ ਹੋਏ ਨੇ, ਤਕਰੀਬਨ ਸਾਰੇ ਸੀਲ ਨੇ, ਸਾਰਾ ਕੰਮ ਠੱਪ ਹੈ। ਬਾਕੀ ਅਸੀਂ ਕਹਿੰਦੇ ਵੀ ਜਿਹੜਾ ਪ੍ਰੋਬੇਸ਼ਨ ਪੀਰੀਅਡ ਹੈ ਨਵੇਂ ਜਵਾਕਾਂ ਦਾ ਉਹ 2 ਸਾਲ ਸੀਗਾ, 3 ਸਾਲ ਦੀ ਬਜਾਏ 2 ਸਾਲ ਕੀਤਾ ਜਾਵੇ। ਨਵੀਂ ਭਰਤੀ ਕੀਤੀ ਜਾਵੇ, ਸਾਨੂੰ ਲੈਪਟਾਪ ਦਿੱਤੇ ਜਾਣ, ਪਰਿਵਾਰਖਾਨਿਆਂ ਦਾ ਜਿਹੜਾ ਬੈਠਣ ਪਾਣੀ ਦਾ ਜਾਂ ਬਾਥਰੂਮ ਵਗੈਰਾ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾਵੇ। ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਬਹਾਲ ਕੀਤੀ ਜਾਵੇ। ਅਜਿਹੀਆਂ ਸਾਡੀਆਂ ਮੇਨ ਮੰਗਾਂ ਨੇ ਜੀ। ਜਿੰਨਾ ਚਿਰ ਸਰਕਾਰ ਇਹ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਉਹਨਾਂ ਚਿਰ ਅਸੀਂ ਹੜਤਾਲ 'ਤੇ ਹਾਂ। ਲਹਿਰਾ ਗਾਗਾ ਦੇ ਵਿੱਚ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੀ ਜਿਹੜੀ ਬੈਠਕ ਹੈ ਉਹ ਹੋਈ ਤੇ 15 ਅਗਸਤ ਨੂੰ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਵੱਲੋਂ ਪਟਿਆਲਾ ਦੇ ਵਿੱਚ ਕੈਪਟਨ ਦੇ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ। ਇੱਥੇ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਰ ਇਸ ਵਕਤ 7.3% ਹੈ। ਬੇਰੁਜ਼ਗਾਰੀ ਜਿਹੜੀ ਪੜ੍ਹੇ ਲਿਖਿਆਂ ਦੀ ਬੇਰੁਜ਼ਗਾਰੀ ਹੈ ਉਹਦੀ ਗੱਲ ਕਰੀਏ ਤਾਂ 12ਵੀਂ ਪਾਸ ਵਿੱਚ ਬੇਰੁਜ਼ਗਾਰੀ ਦਰ 15.8% ਹੈ, ਡਿਪਲੋਮਾ ਪਾਸ ਵਿੱਚ 16.4%, ਗ੍ਰੈਜੂਏਟ ਪਾਸ ਵਿੱਚ 14.5% ਤੇ ਪੋਸਟ ਗ੍ਰੈਜੂਏਟ 14.1%
ਜਿਹੜੇ ਉਹ ਨੌਜਵਾਨ ਨੇ ਤੇ ਕੁੱਲ ਦਰ 7.3% ਹੈ, ਜੋ ਕਿ ਬਹੁਤ ਹੀ ਜਿਹੜੇ ਮਾੜੇ ਅੰਕੜੇ ਨੇ ਉਹ ਦਰਸਾਉਂਦੇ ਨੇ ਪੰਜਾਬ ਦੇ ਵਿੱਚ ਰੁਜ਼ਗਾਰ ਦੇ। ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਇਲੈਕਟ੍ਰੋਨਿਕ ਬੱਸਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਬੁੱਧਵਾਰ ਤੋਂ ਹੋ ਚੁੱਕੀ ਹੈ। ਇਲੈਕਟ੍ਰੋਨਿਕ ਬੱਸਾਂ ਦੀ ਸ਼ੁਰੂਆਤ ਖਾਸ ਕਰਕੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਮਕਸਦ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ। ਹਾਲੇ ਟ੍ਰਾਇਲ ਬੇਸ ਤੇ ਕੁਝ ਇਲਾਕਿਆਂ ਦੇ ਵਿੱਚ ਬੱਸਾਂ ਤੇ ਕੁਝ ਥੋੜੀਆਂ ਬੱਸਾਂ ਹੀ ਚਲਾਈਆਂ ਜਾਣਗੀਆਂ ਤੇ ਹੌਲੀ-ਹੌਲੀ ਪੂਰੇ ਚੰਡੀਗੜ੍ਹ ਦੇ ਵਿੱਚ ਅਜਿਹੀਆਂ ਬੱਸਾਂ ਚਲਾਉਣ ਦਾ ਟੀਚਾ ਪ੍ਰਸ਼ਾਸਨ ਨੇ ਰੱਖਿਆ। ਹੁਣ ਪੰਜਾਬ ਦੀਆਂ ਖਬਰਾਂ ਦੇ ਵਿੱਚ ਇੱਕ ਅਸੀਂ ਚੰਗੀ ਖਬਰ, ਪ੍ਰੇਰਨਾ ਵਾਲੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਉਸ ਨੌਜਵਾਨ ਦੀ ਤੁਹਾਨੂੰ ਗੱਲ ਦੱਸਾਂਗੇ ਜਿਹੜਾ ਕਦੇ ਵੀ ਜਿਮ ਨਹੀਂ ਗਿਆ, ਪਰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ 2 ਫਿਟਨੈਸ ਰਿਕਾਰਡ ਇਸਨੇ ਕਾਇਮ ਕੀਤੇ ਨੇ। ਗੁਰਦਾਸਪੁਰ ਜ਼ਿਲ੍ਹੇ ਦਾ ਨੌਜਵਾਨ ਹੈ, ਉਬਰਾਵਾਲਾ ਪਿੰਡ ਦਾ ਕੁੰਵਰ ਅੰਮ੍ਰਿਤਵੀਰ ਸਿੰਘ, ਜਿਸ ਦੀ ਉਮਰ ਹੈ ਜਿਹੜੀ 19 ਸਾਲ ਦੀ ਹੈ। 1 ਮਿੰਟ ਦੇ ਵਿੱਚ ਸਭ ਤੋਂ ਵੱਧ ਨਕਲ ਪੁਸ਼ਅਪ ਤੇ 30 ਸਕਿੰਟਾਂ ਦੇ ਵਿੱਚ ਸਭ ਤੋਂ ਵੱਧ ਸੁਪਰਮੈਨ ਪੁਸ਼ਅਪਸ ਦਾ ਰਿਕਾਰਡ ਇਸ ਨੌਜਵਾਨ ਨੇ ਜਿਹੜਾ ਕਾਇਮ ਕੀਤਾ ਹੈ। ਅੰਮ੍ਰਿਤਵੀਰ ਸਿੰਘ ਨੇ ਦੱਸਿਆ ਕਿ ਮੈਂ ਕਦੇ ਜਿਮ ਨਹੀਂ ਗਿਆ, ਦੇਸੀ ਜੁਗਾੜ ਦੇ ਨਾਲ ਘਰ ਵਿੱਚ ਹੀ ਸਾਰਾ ਕੁਝ ਬਣਾਇਆ, ਇੱਟਾਂ, ਸੀਮੈਂਟ, ਲੋਹੇ ਦੀਆਂ ਰਾਡਾਂ, ਖਾਲੀ ਬੋਤਲਾਂ ਦੀ ਵਰਤੋਂ ਕਰਕੇ ਸਾਰਾ ਜਿਮ ਦਾ ਸਮਾਨ ਬਣਾਇਆ ਤੇ ਘਰ ਦੀ ਛੱਤ ਤੇ ਅਭਿਆਸ ਕਰਦਾ ਹੈ। ਅੱਜ ਲੋਕ ਕਹਿੰਦਾ ਜਿਮ ਵਿੱਚ ਜਾਣ ਦਾ ਆਨੰਦ ਲੈਂਦੇ ਨੇ ਤੇ ਜਿਮ ਤੋਂ ਬਿਨਾਂ ਅਭਿਆਸ ਹੀ ਨਹੀਂ ਕਰਦੇ, ਆਪਣਾ ਇੱਕ ਜਿਹੜਾ ਸਟੇਟਸ ਮੰਨਦੇ ਨੇ, ਪਰ ਪਹਿਲਵਾਨ ਜਿਮ ਦੇ ਵਿੱਚ ਨਹੀਂ ਜਾਂਦੇ ਹੁੰਦੇ। ਕੁੰਵਰ ਨੇ ਬਚਪਨ ਦੇ ਵਿੱਚ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦੀ ਜੀਵਨੀ ਪੜ੍ਹੀ ਤੇ ਪੜ੍ਹਨ ਦੇ ਨਾਲ-ਨਾਲ ਸਕੂਲ ਦੇ ਵਿੱਚ ਹੀ ਇਹਨਾਂ ਕਿਰਦਾਰਾਂ ਦੀਆਂ ਆਪਣੇ ਸਕਿੱਟਾਂ ਦੇ ਵਿੱਚ ਭੂਮਿਕਾਵਾਂ ਨਿਭਾਈਆਂ ਤੇ ਕਹਿੰਦੇ ਮੈਨੂੰ ਜ਼ਿੰਦਗੀ ਦੇ ਵਿੱਚ ਇਹਨਾਂ ਸ਼ਹੀਦਾਂ ਨੇ ਬਹੁਤ ਕੁਝ ਕਰਨ ਲਈ ਪ੍ਰੇਰਿਤ ਕੀਤਾ ਹੈ। ਕੁੰਵਰ ਨੇ ਦੱਸਿਆ ਕਿ ਮੈਂ ਪੜ੍ਹਨ ਦੇ ਵਿੱਚ ਇੰਨਾ ਚੰਗਾ ਨਹੀਂ ਸੀ, 12ਵੀਂ ਜਮਾਤ ਦੀ ਗਣਿਤ ਦੀ ਪ੍ਰੀਖਿਆ ਦੇ ਵਿੱਚ ਮੈਂ ਅਸਫਲ ਰਿਹਾ ਸੀ, ਕੁਝ ਮਹੀਨਿਆਂ ਦੇ ਲਈ ਉਦਾਸ ਹੋਇਆ, ਪਰ ਫਿਰ ਮੈਂ ਆਪਣੇ ਆਪ ਨੂੰ ਇਹ ਕਿਹਾ ਕਿ ਇੱਕ ਪੇਪਰ ਦੀ ਸ਼ੀਟ ਮੇਰਾ ਭਵਿੱਖ ਤੈਅ ਨਹੀਂ ਕਰ ਸਕਦੀ, ਮੈਂ ਹੋਰ ਵੀ ਬਹੁਤ ਕੁਝ ਕਰ ਸਕਦਾ। ਫਿਰ ਨਕਲ ਪੁਸ਼ਅਪਾਂ ਬਾਰੇ YouTube ਵੀਡੀਓ ਮਿਲੀ, ਜਿਸ ਤੋਂ ਬਾਅਦ ਇਸਨੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਆਪਣਾ ਨਾਮ ਚਮਕਾਇਆ ਹੈ ਤੇ ਆਪਣੇ ਮਾਪਿਆਂ ਦਾ ਵੀ ਨਾਮ ਚਮਕਾਇਆ ਹੈ। ਪੰਜਾਬ ਦੀਆਂ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।